ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਤੁਸੀਂ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰ ਦਿੱਤਾ ਹੈ? ਜੇ ਨਹੀਂ ਤਾਂ ਹੁਣੇ ਹੀ ਤੁਰੰਤ youtube.com ਤੇ ਜਾ ਕੇ ਜਾਂ ਆਪਣੀ ਡਿਵਾਈਸ ਵਿੱਚ YouTube ਦੀ ਐਪ ਡਾਊਨਲੋਡ ਕਰਕੇ ਉਹਦੇ ਤੇ ਤੁਸੀਂ ਗੁਰਗਿਆਨ ਟੀਵੀ GURGYAN TV ਗੁਰਗਿਆਨ ਟੀਵੀ ਫਾਈਂਡ ਕਰਨਾ। ਉੱਥੇ ਤੁਹਾਨੂੰ ਇਹ ਲੋਗੋ ਦਿਖਾਈ ਦੇਗਾ। ਸਭ ਤੋਂ ਪਹਿਲਾਂ ਗੁਰਗਿਆਨ ਟੀਵੀ ਸਬਸਕ੍ਰਾਈਬ ਕਰ ਦੇਣਾ। ਰੋਜ਼ਾਨਾ ਇੱਕ ਵੀਡੀਓ ਅਪਲੋਡ ਹੁੰਦੀ ਹੈ। 35-40 ਮਿੰਟ ਤੁਸੀਂ ਗੁਰੂ ਦੇ ਪਿਆਰ ਵਿੱਚ ਬੈਠਣਾ ਹੈ, ਪਰਿਵਾਰ ਸਮੇਤ, ਬੱਚਿਆਂ ਸਮੇਤ, ਅਰਥਾਂ ਸਮੇਤ ਸਹਿਜ ਪਾਠ ਕਰਨਾ ਸਭ ਤੋਂ ਸੌਖਾ ਤਰੀਕਾ। ਗੁਰਗਿਆਨ ਟੀਵੀ ਤੇ ਤੁਹਾਨੂੰ ਪਲੇਲਿਸਟ ਮਿਲੇਗੀ SGGS ਸਹਿਜ ਪਾਠ ਵਿਦ ਮੀਨਿੰਗਸ। ਉਸ ਵਿੱਚੋਂ ਸ਼ੁਰੂ ਕਰੋ, ਨਿਤ ਲਾਹਾ ਲਓ, ਨਾਲੇ ਅਰਥ ਸਿੱਖੀਏ, ਗੁਰਮਤਿ ਦੇ ਸਿਧਾਂਤ ਪਤਾ ਲੱਗਣ, ਹੋਰਨਾਂ ਨੂੰ ਪ੍ਰੇਰਿਤ ਕਰੀਏ। ਤੁਹਾਡੇ ਮਿੱਤਰ, ਦੋਸਤ, ਰਿਸ਼ਤੇਦਾਰ, ਭੈਣ ਭਰਾਵਾਂ ਦੇ ਪਰਿਵਾਰ ਵਿੱਚ ਅਗਰ ਕੋਈ ਨਹੀਂ ਕਰ ਰਿਹਾ, ਉਹਨਾਂ ਨੂੰ ਪ੍ਰੇਰਿਤ ਕਰੀਏ। ਅਰਥਾਂ ਸਮੇਤ ਸਹਿਜ ਪਾਠ ਕਰੋ ਦੀ ਲਹਿਰ ਘਰ ਘਰ ਤੱਕ ਪਹੁੰਚਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਵਾਹਿਗੁਰੂ ਜੀ ਦਾ। ਜਿਸ ਤਰ੍ਹਾਂ ਇੱਕ ਕੀੜੀ ਤੁਰਦਿਆਂ ਤੁਰਦਿਆਂ ਸੈਂਕੜੇ ਕੋਹਾਂ ਦਾ ਸਫ਼ਰ ਤੈਅ ਕਰ ਜਾਂਦੀ ਹੈ, ਇਸੇ ਤਰ੍ਹਾਂ ਸਹਿਜੇ ਸਹਿਜੇ ਅਰਥਾਂ ਸਮੇਤ ਸਹਿਜ ਪਾਠ ਕਰਦੇ ਹਾਂ। ਸ਼ੁਕਰ ਵਾਹਿਗੁਰੂ ਜੀ ਦਾ। ਅੱਜ ਆਪਾਂ 200 ਦਿਨ ਹੋ ਗਏ ਨੇ ਤੇ ਅੱਜ 201 ਨੰਬਰ ਅੰਗ ਤੇ ਪਹੁੰਚੇ ਹਾਂ। ਗੌੜੀ ਰਾਗ ਦੀ ਬਾਣੀ ਚੱਲ ਰਹੀ ਹੈ। ਪੰਚਮ ਪਾਤਸ਼ਾਹ ਦੇ ਸ਼ਬਦ ਹਨ। ਆਓ ਸਿੱਖਣ ਦਾ ਯਤਨ ਕਰੀਏ ਜੀ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਇਹ ਪਾਵਨ ਪਵਿੱਤਰ ਸ਼ਬਦ ਹੈ। ਗੁਰੂ ਪਾਤਸ਼ਾਹ ਦਾ 107 ਨੰਬਰ ਸ਼ਬਦ ਹੈ। ਪਹਿਲਾਂ ਇੱਕ ਗੱਲ ਸਮਝ ਲੈਣੀ, ਧਰਮ ਦੀ ਦੁਨੀਆ 'ਚ ਦੋ ਗੱਲਾਂ ਹੁੰਦੀਆਂ ਨੇ। ਇੱਕ ਤਾਂ ਹੁੰਦਾ ਹੈ ਰੱਬ ਦੇ ਮਾਰਗ ਦੀਆਂ ਤੇ ਗੁਰੂ ਦੇ ਉਪਦੇਸ਼ਾਂ ਦੀਆਂ ਵਿਚਾਰਾਂ ਕਰਨੀਆਂ, ਧਰਮ ਦੇ ਕਰਮ ਕਰਨੇ। ਦੂਸਰਾ ਹੁੰਦਾ ਹੈ ਧਰਮ ਦੇ ਕਰਮਾਂ ਦੀ ਦੂਸਰੇ ਨੂੰ ਪ੍ਰੇਰਨਾ ਦੇਣੀ। ਇਹਦੇ ਪਿੱਛੇ ਬਹੁਤ ਵੱਡੀ ਇੱਕ ਰਮਜ਼ ਹੁੰਦੀ ਹੈ ਕਿ ਭਾਵਨਾ ਕੀ ਹੈ, ਕਿਸ ਲਈ ਕਰ ਰਿਹਾ ਹੈ। ਜੇ ਤਾਂ ਕਿਸੇ ਨੂੰ ਸਿੱਖੀ ਨਾਲ, ਗੁਰੂ ਨਾਲ, ਗੁਰਮਤਿ ਨਾਲ ਪ੍ਰੇਰਿਤ ਕਰਨ ਦੀ ਭਾਵਨਾ ਹੈ ਤਾਂ ਕਮਾਲ ਹੈ। ਜੇ ਅੰਦਰੋਂ ਲੋਭ ਲਾਲਚ ਹੈ, ਪੈਸੇ ਕਮਾਉਣ ਦੀ ਭਾਵਨਾ ਹੈ, ਫਿਰ ਇਹ ਧਰਮ ਨਹੀਂ ਆਖੋ ਵਾਹਿਗੁਰੂ। ਇਸੇ ਤਰ੍ਹਾਂ ਧਰਮ ਦੇ ਜਿੰਨੇ ਕਰਮ ਕੋਈ ਕਰਦਾ ਹੈ, ਕੋਈ ਸਿਮਰਨ ਕਰਦਾ ਹੈ, ਨਿਤਨੇਮ ਕਰਦਾ ਹੈ, ਸੰਗਤ ਕਰਦਾ ਹੈ, ਪਾਠ ਕਰਦਾ ਹੈ, ਸੇਵਾ ਕਰਦਾ ਹੈ, ਦਾਨ ਕਰਦਾ ਹੈ, ਭਾਵਨਾ ਕੀ ਹੈ? ਜੇ ਤਾਂ ਭਾਵਨਾ ਦੀ ਦਿਸ਼ਾ ਸਹੀ ਹੈ ਤਾਂ ਸਾਰਾ ਕੁਝ ਸਹੀ ਹੈ। ਜੇ ਭਾਵਨਾ ਦੀ ਦਿਸ਼ਾ ਗਲਤ ਹੈ, ਸਾਰਾ ਕੁਝ ਗਲਤ ਹੈ। ਉਹ ਭਾਵਨਾ ਕੈਸੀ ਹੋਣੀ ਚਾਹੀਦੀ ਹੈ, ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਇਹ ਗੁਰੂ ਦੇ ਨਜ਼ਰੀਏ ਤੋਂ ਸਿੱਖਣਾ ਹੈ। ਤੇ ਗੁਰੂ ਸਾਹਿਬ ਦਾ ਜੋ ਨਜ਼ਰੀਆ ਹੈ, ਗੁਰੂ ਸਾਹਿਬ ਦਾ ਜੋ ਪੁਆਇੰਟ ਆਫ ਵਿਊ ਹੈ, ਜੋ ਗੁਰੂ ਸਾਹਿਬ ਦਾ ਪ੍ਰਸਪੈਕਟਿਵ ਹੈ, ਉਹ ਜਾਂ ਤਾਂ ਸ਼੍ਰੀ ਗੁਰਬਾਣੀ ਵਿੱਚੋਂ ਪਤਾ ਲੱਗ ਸਕਦਾ ਹੈ ਜਾਂ ਗੁਰੂ ਸਾਹਿਬ ਦੇ ਕੀਤੇ ਹੋਏ ਕੌਤਕ ਇਤਿਹਾਸ ਵਿੱਚੋਂ। ਇਸ ਵਿੱਚ ਧਰਮ ਦਾ ਇੱਕ ਨਜ਼ਰੀਆ ਸਾਹਮਣੇ ਰੱਖ ਰਹੇ ਨੇ ਤੇ ਨਾਲ ਅਸੀਂ ਇਹ ਨਹੀਂ ਸੋਚਣਾ ਹੈ ਕਿ ਕਿਸੇ ਦੇ ਧਰਮ ਦਾ ਇਹ ਦ੍ਰਿਸ਼ਟਾਂਤ ਹੈ, ਸੀਨ ਹੈ, ਕੀ ਉਹਦੇ ਨਾਲ ਰਲਮਾ ਮਿਲਮਾ ਕਿਤੇ ਸਾਡੇ ਵਿੱਚ ਤਾਂ ਨਹੀਂ। ਇਹ ਸਾਰਾ ਕੁਝ ਅਸੀਂ ਸਿੱਖਣਾ। ਆਓ ਸਿੱਖਣ ਦਾ ਯਤਨ ਕਰੀਏ ਜੀ। ਧੋਤੀ ਖੋਲ ਵਿਛਾਏ ਹੇਠ। ਗੌੜੀ ਰਾਗ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਬਦ ਹੈ। ਗੌੜੀ ਮਹੱਲਾ ਪੰਜਵਾਂ। ਧੋਤੀ ਖੋਲ ਵਿਛਾਏ ਹੇਠ। ਉਸ ਵੇਲੇ ਜੋ ਧਾਰਮਿਕ ਪ੍ਰਚਾਰਕ ਸੀ, ਬ੍ਰਾਹਮਣ, ਉਹ ਇੱਕ ਲੰਬੀ ਧੋਤੀ ਬੰਨ੍ਹਦਾ ਹੁੰਦਾ ਸੀ
ਉਹ ਧੋਤੀ ਨੂੰ ਇਸ ਤਰੀਕੇ ਨਾਲ ਬੰਨ੍ਹਦਾ ਸੀ ਕਿ ਉਹਦਾ ਇੱਕ ਲੜ ਜਿਹੜਾ ਹੈ ਉਹ ਇਕੱਠਾ ਕਰਕੇ ਟੰਗ ਲੈਂਦਾ ਸੀ ਤੇ ਲੋਕ ਉਹਨੂੰ ਘਰਾਂ 'ਚ ਸੱਦਦੇ ਸੀ ਖਾਣਾ ਖਵਾਉਣ ਵਾਸਤੇ, ਕਿਉਂਕਿ ਉਹਨਾਂ ਨੇ ਪ੍ਰਚਾਰ ਹੀ ਇਸ ਤਰ੍ਹਾਂ ਦਾ ਕੀਤਾ ਸੀ। ਇਹਨਾਂ ਦਿਨਾਂ ਦੇ ਵਿੱਚ ਗ੍ਰਹਿ ਚੱਲਦੇ ਨੇ, ਇਹਨਾਂ ਦਿਨਾਂ ਵਿੱਚ ਬ੍ਰਾਹਮਣ ਨੂੰ ਖਾਣਾ ਖਵਾਉਣ ਦੇ ਨਾਲ ਬੜਾ ਪੁੰਨ ਹੁੰਦਾ ਹੈ। ਕਿਸੇ ਸਮੇਂ 'ਤੇ ਕਿਹਾ ਬ੍ਰਾਹਮਣ ਨੂੰ ਖਾਣਾ ਖਵਾਉਣ ਦੇ ਨਾਲ ਜਿਹੜੇ ਤੁਹਾਡੇ ਵੱਡ ਵਡੇਰੇ ਮਰ ਗਏ ਨੇ, ਬਾਪ ਦਾਦਾ ਪੜਦਾਦਾ, ਉਹਨਾਂ ਨੂੰ ਜਿਹੜਾ ਹੈ ਪੁੰਨ ਮਿਲਦਾ ਹੈ। ਕੁਛ ਇਸ ਤਰ੍ਹਾਂ ਦੇ ਲੋਕਾਂ ਦੇ ਅੰਦਰ ਬਿਠਾਏ ਸੀ ਤੇ ਵੱਖ-ਵੱਖ ਸਮਿਆਂ 'ਤੇ ਲੋਕ ਉਹਨਾਂ ਧਾਰਮਿਕ ਵਿਅਕਤੀਆਂ ਨੂੰ ਘਰ ਵਿੱਚ ਸੱਦਦੇ ਸੀ। ਉਹ ਧੋਤੀ ਦਾ ਇੱਕ ਪਾਸਾ ਹਿੱਸਾ ਖੋਲ੍ਹ ਕੇ ਉਹਨੂੰ ਮੂਹਰੇ ਵਿਛਾ ਲੈਂਦੇ ਸੀ। ਉਹ ਕਹਿੰਦੇ ਸੀ ਸਾਡੇ ਬਰਤਨ ਖਾਣੇ ਵਾਲੇ ਸੁੱਚੀ ਥਾਂ 'ਤੇ ਹੋਣੇ ਚਾਹੀਦੇ ਨੇ। ਉਹ ਉੱਦਾਂ ਧੋਤੀ ਦਾ ਹੀ ਇੱਕ ਹਿੱਸਾ ਵਿਛਾ ਲੈਂਦੇ। ਘਰ ਵਾਲੇ ਉਸ ਧੋਤੀ ਦੇ ਉੱਪਰ ਉਹਨਾਂ ਨੂੰ ਖਾਣਾ ਪਰੋਸਦੇ ਸੀ। ਉਹ ਖਾਣਾ ਖਾਂਦੇ ਸੀ। ਬਾਅਦ ਦੇ ਵਿੱਚ ਉਸੇ ਧੋਤੀ 'ਤੇ ਪੈਸੇ ਰੱਖ ਕੇ ਕੋਈ ਚਾਂਦੀ ਸੋਨਾ ਜਿਸ ਤਰ੍ਹਾਂ ਸਿਖਾਇਆ ਹੁੰਦਾ ਸੀ, ਪ੍ਰੇਰਿਆ ਹੁੰਦਾ ਸੀ, ਉਸ ਤਰ੍ਹਾਂ ਰੱਖ ਕੇ ਮੱਥਾ ਟੇਕਦੇ ਸੀ। ਸਤਿਗੁਰੂ ਅਸੀਨ ਨੂੰ ਰੱਖ ਰਹੇ ਨੇ ਕਿ ਧੋਤੀ ਖੋਲ ਵਿਛਾਏ ਹੇਠ। ਉਹਨੇ ਧੋਤੀ ਦਾ ਇੱਕ ਹਿੱਸਾ ਵਿਛਾਇਆ, ਆਪਣੀ ਚਾਦਰ ਜਿਹੜੀ ਲਪੇਟੀ ਹੋਈ ਸੀ ਲੱਕ ਨਾਲ, ਉਹਦਾ ਇੱਕ ਹਿੱਸਾ ਖੋਲ੍ਹਿਆ, ਉਹ ਮੂਹਰੇ ਵਿਛਾ ਲਿਆ। ਗਰਦਬ ਵਾਂਗੂ ਲਾਹੇ ਪੇਟ। ਇੱਥੇ ਇੱਕ ਸੀਨ ਪੇਸ਼ ਕੀਤਾ ਕਿ ਜਿਹੜਾ ਗਧਾ ਹੈ, ਗਰਦਬ, ਗਧਾ ਜਦੋਂ ਖਾਂਦਾ ਹੈ ਨਾ ਖੁਰਾਕ, ਇੱਕ ਤਾਂ ਬੜੀ ਤੇਜ਼ੀ 'ਚ ਖਾਂਦਾ, ਦੂਸਰੀ ਉਹ ਪੇਟ ਭਰ ਕੇ ਖਾਂਦਾ ਹੈ। ਕਹਿੰਦੇ ਸੇਮ ਆਦਤ ਇਹਦੀ ਬਣ ਗਈ। ਖਾ ਰਿਹਾ ਜਿਵੇਂ ਮਸਾਂ ਕਦੀ ਮਿਲਿਆ ਹੀ ਨਹੀਂ ਕੁਛ। ਬੜੀ ਤੇਜ਼ੀ ਨਾਲ ਖਾਂਦਾ, ਕਿਉਂਕਿ ਕਈ ਘਰਾਂ 'ਚ ਜਾਣਾ ਹੈ, ਕਈ ਪਾਸਿਆਂ ਤੋਂ ਪੈਸੇ ਇਕੱਠੇ ਕਰਨੇ ਨੇ ਤੇ ਗਧੇ ਵਾਂਗੂ ਪੇਟ ਭਰ ਕੇ ਖਾ ਰਿਹਾ। ਗਰਦਬ ਵਾਂਗੂ ਲਾਹੇ ਪੇਟ, ਪੇਟ ਭਰ ਕੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਵਿਜ਼ਨ ਅੰਦਰ ਕੀ ਹੈ, ਮਿਸ਼ਨ ਕੀ ਹੈ? ਮਿਸ਼ਨ ਹੈ ਪੈਸਾ ਕਮਾਉਣਾ। ਤੇ ਧਰਮ ਦਾ ਅਸਲੀ ਕਰਮ ਕੀ ਸੀ? ਅਸਲੀ ਕਰਮ ਤਾਂ ਸੀ ਕਿ ਜਿੰਨੇ ਵੀ ਧਾਰਮਿਕ ਗ੍ਰੰਥ ਨੇ, ਧਾਰਮਿਕ ਉਪਦੇਸ਼ ਨੇ, ਉਹਨਾਂ ਉਪਦੇਸ਼ਾਂ ਨੂੰ ਜੇ ਅਸੀਂ ਰੱਬੀ ਉਪਦੇਸ਼ ਮੰਨਦੇ ਹਾਂ ਤੇ ਉਸ ਉਪਦੇਸ਼ ਅਨੁਸਾਰ ਆਪਣੇ ਸੋਚ ਸੁਭਾਅ ਨੂੰ ਪੜਚੋਲ ਕਰਨਾ ਸੀ ਤੇ ਸੁਭਾਅ ਤੇ ਸੋਚ ਦੀਆਂ ਜਿਹੜੀਆਂ ਆਦਤਾਂ ਧਾਰਮਿਕ ਮਾਰਗ ਤੇ ਰੱਬੀ ਮਾਰਗ ਤੇ ਫਿੱਟ ਨਹੀਂ ਆਉਂਦੀਆਂ, ਉਹ ਆਦਤਾਂ ਛੱਡਣੀਆਂ ਸੀ ਤੇ ਆਦਤਾਂ ਤੋਂ ਮੁਕਤੀ ਲੈਣੀ ਸੀ। ਆਖੋ ਵਾਹਿਗੁਰੂ। ਪਰ ਬਿਨ ਕਰਤੂਤੀ ਮੁਕਤ ਨਾ ਪਾਈਐ। ਪਰ ਉਹ ਜਿਹੜੇ ਧਰਮ ਦੇ ਕਰਮ ਦੱਸੇ ਗਏ, ਉਹ ਕਰਮ ਅਸਲੀ ਕਰਮ ਨਹੀਂ ਸੀ, ਜਿਹਦੇ ਕਰਕੇ ਉਸ ਸੁਭਾਅ ਤੋਂ ਮੁਕਤੀ ਹੋ ਹੀ ਨਹੀਂ ਸਕਦੀ। ਆਖੋ ਵਾਹਿਗੁਰੂ। ਹੁਣ ਨੋਟ ਕਰਿਓ, ਖਾਣ ਵਾਲੇ ਨੇ ਇਸ ਨੂੰ ਕੀ ਬਣਾ ਲਿਆ? ਆਮਦਨ ਦਾ ਸਾਧਨ। ਕਿਤੇ ਸਾਡੇ 'ਚ ਵੀ ਤਾਂ ਨਹੀਂ ਐਂਟਰ ਹੋ ਰਿਹਾ। ਫਿਰ ਖਵਾਉਣ ਵਾਲੇ ਨੇ ਕੀ ਮੰਨ ਲਿਆ? ਇਹਦੇ ਤੇ ਰੱਬ ਖੁਸ਼ ਹੋਏਗਾ ਤੇ ਰੱਬ ਸਾਨੂੰ ਜੋ ਉਹਨਾਂ ਦੀਆਂ ਇੱਛਾਵਾਂ ਨੇ, ਜੋ ਮੰਗਾਂ ਨੇ, ਉਹ ਦੇਗਾ। ਦੋਨਾਂ ਦਾ ਹੀ ਵਿਜ਼ਨ ਗਲਤ ਹੋ ਗਿਆ। ਹੁਣ ਨਾ ਤਾਂ ਖਵਾਉਣ ਵਾਲਾ ਆਪਣੇ ਸੁਭਾਅ ਨੂੰ ਪੜਚੋਲਣਾ ਚਾਹੁੰਦਾ, ਸੋਚ ਨੂੰ ਪੜਚੋਲਣਾ ਚਾਹੁੰਦਾ, ਨਾ ਖਾਣ ਵਾਲਾ। ਇੱਥੇ ਮੈਂ ਇੱਕ ਬੇਨਤੀ ਕਰਾਂ, ਧਰਮ ਸੁਭਾਅ ਨੂੰ, ਸੋਚ ਨੂੰ ਸ਼ਿੰਗਾਰਦਾ ਹੈ ਤੇ ਜੀਵਨ ਭਗਤੀ ਬਣਦਾ। ਆਖੋ ਵਾਹਿਗੁਰੂ। ਉਹਦੇ ਲਈ ਧਰਮ ਦਾ ਕਰਮ ਜਿਹੜਾ ਵਿਸ਼ੇਸ਼ ਹੈ, ਉਹ ਹੈ ਗੁਰੂ ਦੇ ਉਪਦੇਸ਼ ਰਾਹੀਂ ਸੋਚ ਸੁਭਾਅ ਨੂੰ ਸ਼ਿੰਗਾਰਨਾ। ਇਸ ਧਰਮ ਦੇ ਕਰਮ ਤੋਂ ਬਿਨਾਂ, ਬਿਨ ਕਰਤੂਤੀ, ਇੱਥੇ ਕਰਤੂਤ ਦੇ ਅਰਥ ਹੈ ਅਸਲੀ ਜੋ ਕਰਮ ਹੈ ਧਰਮ ਦਾ, ਇਹਦੇ ਤੋਂ ਬਿਨਾਂ ਆਦਤਾਂ ਤੋਂ ਮੁਕਤੀ ਨਹੀਂ ਪਾਈ ਜਾ ਸਕਦੀ। ਬਿਨ ਕਰਤੂਤੀ ਮੁਕਤ ਨਾ ਪਾਈਐ। ਮੁਕਤ ਪਦਾਰਥ ਨਾਮ ਧਿਆਈਐ ਰਹਾਉ। ਆ ਸੈਂਟਰਲ ਆਈਡੀਆ ਹੈ ਕਿ ਜੋ ਮੁਕਤ ਪਦਾਰਥ ਹੈ, ਆਦਤਾਂ ਤੋਂ ਮੁਕਤ ਹੋਣ ਦੀ ਜੋ ਬਖਸ਼ਿਸ਼ ਹੈ, ਮੁਕਤ ਪਦਾਰਥ, ਇਹ ਤਾਂ ਵਾਹਿਗੁਰੂ ਜੀ ਦਾ ਜੋ ਗਿਆਨ ਰੂਪੀ ਨਾਮ ਹੈ, ਰੱਬੀ ਉਪਦੇਸ਼, ਉਹਨੂੰ ਧਿਆਨ ਵਿੱਚ ਰੱਖ ਕੇ ਜੀਵਨ ਦੇ ਫੈਸਲੇ ਲੈਣੇ ਪੈਣਗੇ ਹਰ ਵੇਲੇ। ਮਨ ਦੇ ਪਿੱਛੇ ਲੱਗ ਕੇ ਨਹੀਂ, ਗੁਰੂ ਦੇ ਉਪਦੇਸ਼ ਦੇ ਪਿੱਛੇ ਲੱਗ ਕੇ, ਮੱਤ ਦੇ ਪਿੱਛੇ ਲੱਗ ਕੇ ਨਹੀਂ, ਗੁਰਮਤ ਦੇ, ਗੁਰੂ ਦੇ ਨਜ਼ਰੀਏ ਦੇ ਪਿੱਛੇ ਲੱਗ ਕੇ। ਉਹਦੇ ਲਈ ਗੁਰੂ ਦਾ ਨਜ਼ਰੀਆ, ਗੁਰੂ ਦਾ ਉਪਦੇਸ਼, ਰੱਬੀ ਗਿਆਨ, ਉਹਦੇ ਵੱਲ ਧਿਆਨ ਰੱਖਣਾ ਪਏਗਾ, ਧਿਆਨ 'ਚ ਰੱਖਣਾ ਪਏਗਾ ਇਸ ਨੂੰ। ਇਹ ਗਿਆਨ ਰੂਪੀ ਨਾਮ ਦਾ ਧਿਆਉਣਾ ਹੈ। ਇਹਦੇ ਤੋਂ ਬਿਨਾਂ ਆਦਤਾਂ ਦੀ ਮੁਕਤੀ ਹੋਣੀ ਨਹੀਂ। ਬਾਕੀ ਜਿੰਨੇ ਕਰਮ ਨੇ ਉਹ ਕਰਮ ਕਰਦਾ ਰਹਿੰਦਾ ਹੈ, ਨਿੰਦਕ ਵੀ ਬਣਿਆ ਰਹਿੰਦਾ ਹੈ, ਕਰਮ ਕਰਦਾ ਰਹਿੰਦਾ ਹੈ, ਔਗਣ ਵੀ ਫਰੋਲਣ ਦੀ ਬਿਰਤੀ ਨਹੀਂ ਅੰਦਰੋਂ ਜਾ ਰਹੀ।
ਕਰਮ ਵੀ ਕਰਦਾ ਰਹਿੰਦਾ ਹੈ, ਅੰਦਰੋਂ ਨਫ਼ਰਤ ਨਹੀਂ ਜਾ ਰਹੀ, ਅੰਦਰੋਂ ਕ੍ਰੋਧ ਹੰਕਾਰ ਨਹੀਂ ਜਾ ਰਿਹਾ, ਫਸਿਆ ਰਹੇਗਾ। ਆਖੋ ਵਾਹਿਗੁਰੂ। ਸਤਿਗੁਰੂ ਜੀ ਕਹਿੰਦੇ ਜਦੋਂ ਉਸ ਨੂੰ ਖਵਾਇਆ ਜਾਂਦਾ ਹੈ ਤੇ ਉਹ ਰੱਜ ਜਾਂਦਾ ਹੈ। ਉੱਪਰ ਦੱਸਿਆ ਨਾ, ਗਰਦਾ ਵਾਂਗੂ ਲਾਹੇ ਪੇਟ। ਜਿਵੇਂ ਗਧਾ ਤੇਜ਼ੀ ਤੇਜ਼ੀ ਨਾਲ ਖਾ ਰਿਹਾ ਤੇ ਪੇਟ ਭਰ ਕੇ ਖਾਂਦਾ ਹੈ, ਉਹ ਵੀ ਪੇਟ ਭਰ ਭਰ ਕੇ ਖਾਂਦਾ ਹੈ। ਪੂਜਾ ਤਿਲਕ ਕਰਤ ਇਸ਼ਨਾਨਾ। ਫਿਰ ਉਹਨੇ ਆਉਣ ਤੋਂ ਪਹਿਲਾਂ ਇਸ਼ਨਾਨ ਕਰਕੇ ਆਇਆ ਸੀ, ਇੱਥੇ ਆ ਕੇ ਪੂਜਾ ਕਰਦਾ ਹੈ, ਤਿਲਕ ਲਾਉਂਦਾ ਹੈ ਉਹਨਾਂ ਦੇ ਮੱਥੇ ਤੇ, ਆਪਦੇ ਮੱਥੇ ਤੇ। ਪਰ ਅੰਦਰ ਬਿਰਤੀ ਪੈਸੇ ਕਮਾਉਣ ਦੀ ਹੈ। ਛੁਰੀ ਕਾਢ ਲੇਵੈ ਹੱਥ ਦਾਨਾ। ਇੱਥੇ ਛੁਰੀ ਕੱਢ ਕੇ ਦਾਨ ਲੈਣ ਦੇ ਅਰਥ ਇਹ ਇੱਕ ਸੀਨ ਪੇਸ਼ ਕੀਤਾ, ਕਹਾਵਤ ਹੈ ਕਿ ਜਿਹੜੇ ਠੱਗਣ ਵਾਲੇ ਨੇ, ਲੁੱਟਣ ਵਾਲੇ ਨੇ, ਉਹ ਛੁਰੀ ਦਿਖਾਉਂਦੇ ਨੇ ਬੰਦੇ ਨੂੰ ਤੇ ਉਹ ਤੋਂ ਪੈਸਾ ਲੁੱਟ ਲੈਂਦੇ ਨੇ। ਇਹ ਇੱਕ ਕਹਾਵਤ ਹੈ। ਇਹਦੇ ਪਿੱਛੇ ਰਮਜ਼ ਇਹ ਹੈ ਕਿ ਉਹ ਉਸ ਨੂੰ ਇੱਕ ਤਾਂ ਡਰ ਦਿੰਦਾ ਹੈ, ਜੇ ਤੁਸੀਂ ਦਾਨ ਨਹੀਂ ਕਰੋਗੇ ਤਾਂ ਤੁਸੀਂ ਨਰਕਾਂ ਨੂੰ ਜਾਓਗੇ। ਦੂਸਰੇ ਪਾਸੇ ਸਵਰਗਾਂ ਦਾ ਲਾਲਚ ਦਿਖਾ ਦਿੰਦਾ, ਮਰਨ ਤੋਂ ਬਾਅਦ ਸਵਰਗ ਜਾਓਗੇ, ਜਦ ਕਿ ਗੁਰਮਤਿ ਨੇ ਮਰਨ ਤੋਂ ਬਾਅਦ ਸਵਰਗ ਨਰਕ ਨੂੰ ਨਹੀਂ ਮੰਨਿਆ, ਗੁਰੂ ਦੇ ਨਜ਼ਰੀਏ ਨੇ ਨਹੀਂ ਮੰਨਿਆ। ਗੁਰਬਾਣੀ ਨੂੰ ਆਪ ਵਿਚਾਰਿਓ, ਜਿੱਥੇ ਜੇਕਰ ਆਏਗਾ ਉੱਥੇ ਵਿਚਾਰਾਂਗੇ। ਇੱਦਾਂ ਉਹ ਨਰਕ ਦਾ ਡਰਾਵਾ ਦੇ ਕੇ ਤੇ ਸਵਰਗ ਦਾ ਲਾਲਚ ਦੇ ਕੇ ਉਹਨਾਂ ਤੋਂ ਦਾਨ ਲੈਂਦਾ। ਆਖੋ ਵਾਹਿਗੁਰੂ। ਵੇਦ ਪੜ੍ਹੈ ਮੁਖ ਮੀਠੀ ਬਾਣੀ। ਮੁਖ ਦੇ ਨਾਲ ਤੇ ਧਾਰਮਿਕ ਗ੍ਰੰਥਾਂ ਦੀ ਬਾਣੀ ਬੜੀ ਮਿੱਠੇ ਅੰਦਾਜ਼ ਵਿੱਚ ਟੇਕ ਲਾ ਕੇ ਬਹੁਤ ਸੋਹਣੀ ਪੜ੍ਹਦਾ ਹੈ। ਲੋਕਾਂ ਨੇ ਕਮਾਲ ਕਰ ਦਿੰਦਾ ਬਈ, ਜੀਆਂ ਕੋ ਹੱਥ ਨਾ ਸੰਗੈ ਪ੍ਰਾਣੀ। ਉਹਦੇ ਜਿਹੜੇ ਸ਼ਰਧਾਲੂ ਨੇ, ਜਜ਼ਮਾਨ ਜਿਨ੍ਹਾਂ ਨੂੰ ਉਹ ਕਹਿੰਦਾ ਹੈ, ਉਹਨਾਂ ਤੋਂ ਜਦੋਂ ਦਾਨ ਲੈਂਦਾ ਹੈ ਤੇ ਕੋਈ ਨਾ ਉਹਨੂੰ ਸ਼ਰਮ ਸੰਕੋਚ ਹੈ ਤੇ ਨਾ ਉਹਨੂੰ ਦਇਆ ਆਉਂਦੀ ਹੈ। ਆਖੋ ਵਾਹਿਗੁਰੂ। ਜੀਆਂ ਕੋ ਹੱਥ, ਨਿਰਦਈ ਹੋ ਕੇ। ਕੀ ਕਦੀ ਐਸਾ ਨਹੀਂ ਹੋ ਸਕਦਾ ਕਿ ਗਰੀਬਾਂ ਵਾਸਤੇ ਧਰਮ ਦੇ ਕਰਮ ਮੁਫਤ ਕਰ ਦਿੱਤੇ ਜਾਣ? ਇੱਕੋ ਹੀ ਗੱਲ ਰੱਖੀ ਜਾਵੇ, ਜੇ ਕੋਈ ਸਹਿਜ ਪਾਠ ਕਰਨੇ ਚਾਹੁੰਦਾ ਹੈ ਤਾਂ ਤੈਨੂੰ ਪੋਥੀਆਂ ਫ੍ਰੀ ਮਿਲਣਗੀਆਂ। ਪਰ ਇੱਥੇ ਮੈਂ ਇੱਕ ਬੇਨਤੀ ਕਰਾਂ, ਰਲਦਾ ਮਿਲਦਾ ਕਨਸੈਪਟ ਸਾਡੇ ਵਿੱਚ ਮਿਕਸਅਪ ਹੋ ਜਾਂਦਾ ਹੈ, ਪਰ ਉਹਦੇ ਦੋ ਪੱਖ ਨੇ, ਉਹ ਵਿਚਾਰਨੇ ਬਹੁਤ ਜ਼ਰੂਰੀ ਹੈ। ਕੋਈ ਵਿਅਕਤੀ ਕਿਸੇ ਰਾਗੀ ਸਿੰਘ ਨੂੰ, ਗ੍ਰੰਥੀ ਸਿੰਘ ਨੂੰ, ਪ੍ਰਚਾਰਕ ਨੂੰ, ਢਾਡੀਆਂ ਨੂੰ, ਕਵੀਸ਼ਰਾਂ ਨੂੰ ਘਰ ਬੁਲਾਉਂਦਾ ਹੈ। ਭਾਵਨਾ ਇਹ ਹੈ ਕਿ ਇਹ ਆਉਣਗੇ, ਇਹਨਾਂ ਤੋਂ ਗੁਰੂ ਦੀ ਵਿਚਾਰ ਸੁਣਾਂਗੇ, ਕੁਝ ਸਿੱਖਾਂਗੇ। ਸਾਡੇ ਸ਼ਹਿਰ ਵਿੱਚ ਆਏ ਨੇ, ਚਲੋ ਇਹਨਾਂ ਨੂੰ ਮਹਿਸੂਸ ਹੋਏਗਾ ਅਸੀਂ ਤੁਹਾਨੂੰ ਫੋਲੋ ਕਰਦੇ ਹਾਂ, ਸਾਨੂੰ ਚੰਗੀਆਂ ਲੱਗਦੀਆਂ ਨੇ, ਬੈਠ ਕੇ ਵਿਚਾਰਾਂ ਕਰਾਂਗੇ, ਨਾਲੇ ਪ੍ਰਸ਼ਾਦਾ ਛਕਾਂਗੇ, ਇੱਕ ਸਾਂਝ ਬਣੇਗੀ। ਆ ਤਾਂ ਕੰਸਟਰਕਟਿਵ ਹੈ। ਇਹਦੇ ਨਾਲ ਸਾਂਝ ਬਣਦੀ ਹੈ, ਵਿਚਾਰਾਂ ਦਾ ਆਦਾਨ ਪ੍ਰਦਾਨ ਹੁੰਦਾ ਹੈ। ਉਹਨਾਂ ਨੂੰ ਵੀ ਇੱਕ ਹੌਸਲਾ ਮਿਲਦਾ ਹੈ ਕਿ ਸਾਨੂੰ ਸਤਿਕਾਰ ਕਰਨ ਵਾਲੇ ਨੇ, ਤੇ ਇਹਨਾਂ ਦੇ ਵੀ ਇੱਕ ਪ੍ਰਭਾਵ ਬਣਦਾ ਹੈ, ਕਿਉਂਕਿ ਜਦੋਂ ਇਸ ਤਰ੍ਹਾਂ ਦੇ ਵੀ ਗੁਰਮੁਖ ਪਿਆਰਾਂ ਨਾਲ ਬੈਠਾਂਗੇ ਤੇ ਵਿਚਾਰਾਂ ਦਾ ਅਸਰ ਹੋਏਗਾ। ਹੁਣ ਭਾਵਨਾ ਸ਼ੁੱਧ ਹੋ ਗਈ। ਦੂਸਰੇ ਪਾਸੇ ਜੋ ਧਾਰਮਿਕ ਸ਼੍ਰੇਣੀ ਹੈ, ਉਹ ਜਦੋਂ ਕਿਸੇ ਦੇ ਘਰ ਜਾਵੇ, ਇਹ ਭਾਵਨਾ ਲੈ ਕੇ ਜਾਵੇ, ਉੱਥੇ ਜਾਵਾਂਗੇ, ਗੁਰੂ ਦੇ ਵਿਚਾਰਾਂ ਵੰਡਾਂਗੇ, ਗੁਰੂ ਦੇ ਸਿਧਾਂਤ ਵੰਡਾਂਗੇ। ਇਹ ਗੱਲ ਵੱਖਰੀ ਹੈ ਕਿ ਤਕਰੀਬਨ ਹਰ ਪਰਿਵਾਰ ਆਪਣੇ ਆਪ ਭੇਟਾ ਦੇ ਦਿੰਦਾ ਹੈ, ਪਰ ਭੇਟਾ ਲੈਣ ਦੀ ਇੱਛਾ ਨਹੀਂ ਹੋਣੀ ਚਾਹੀਦੀ। ਅਗਰ ਉਹ ਭੇਟਾ ਦਿੰਦੇ ਨੇ, ਉਹਨਾਂ ਭੇਟਾਵਾਂ ਦੇ ਵਿੱਚੋਂ ਘੱਟੋ ਘੱਟ ਦਸਵੰਧ ਤਾਂ ਗੁਰੂ ਦੀ ਕੌਮ ਦੇ ਪ੍ਰਚਾਰ ਲਈ, ਚੜ੍ਹਦੀ ਕਲਾ ਲਈ ਵਰਤਿਆ ਜਾਵੇ। ਅੰਦਰ ਇੱਛਾ ਨਹੀਂ ਹੋਣੀ ਚਾਹੀਦੀ। ਇੱਛਾ ਹੋਣੀ ਚਾਹੀਦੀ ਹੈ ਗੁਰੂ ਕੇ ਵਿਚਾਰ ਵੰਡਣ ਦੀ। ਜੇ ਅੰਦਰੋਂ ਵਿਜ਼ਨ ਸ਼ੁੱਧ ਹੈ ਤੇ ਮਿਸ਼ਨ ਸ਼ੁੱਧ ਹੋਏਗਾ, ਪ੍ਰਾਪਤੀ ਸਫਲਤਾ ਹੋਏਗੀ। ਵਿਜ਼ਨ ਗਲਤ ਹੋ ਜਾਂਦਾ ਹੈ, ਸਾਰੀ ਵਿਚਾਰਧਾਰਾ ਬਦਲ ਜਾਂਦੀ ਹੈ। ਉਹ ਵਿਜ਼ਨ ਸ਼ੁੱਧ ਕਿਵੇਂ ਹੋਏਗਾ? ਕਹੋ ਨਾਨਕ ਜਿਸ ਕਿਰਪਾ ਧਾਰੈ। ਜਿਸ ਦੇ ਉੱਪਰ ਵਾਹਿਗੁਰੂ ਜੀ ਕਿਰਪਾ ਕਰਦੇ ਨੇ, ਬਖਸ਼ਿਸ਼ ਕਰਦੇ ਨੇ। ਹਿਰਦਾ ਸ਼ੁੱਧ ਬ੍ਰਹਮ ਵਿਚਾਰੈ,
ਉਹਨਾਂ ਦਾ ਹਿਰਦਾ ਸ਼ੁੱਧ ਹੁੰਦਾ ਹੈ, ਭਾਵਨਾਵਾਂ ਸ਼ੁੱਧ ਹੁੰਦੀਆਂ ਨੇ ਤੇ ਉਹ ਬ੍ਰਹਮ ਦੀ ਵਿਚਾਰ ਕਰਦੇ ਨੇ, ਰੱਬੀ ਮਾਰਗ ਦੀ ਵਿਚਾਰ ਕਰਦੇ ਨੇ, ਗੁਰੂ ਦੇ ਉਪਦੇਸ਼ਾਂ ਦੀ, ਗੁਰਮਤਿ ਦੀ, ਗੁਰਸਿੱਖੀ ਦੀ ਵਿਚਾਰ ਕਰਦੇ ਨੇ। ਸਿੱਖਣ ਤੇ ਵੰਡਣ ਦੀ ਭਾਵਨਾ ਮਨ ਵਿੱਚ ਹੁੰਦੀ ਹੈ। ਆਖੋ ਵਾਹਿਗੁਰੂ। ਗੌੜੀ ਮਹੱਲਾ ਪੰਜਵਾਂ। ਅਗਲਾ ਸ਼ਬਦ ਗੌੜੀ ਰਾਗ ਦਾ, ਗੁਰੂ ਅਰਜਨ ਦੇਵ ਸਾਹਿਬ ਜੀ ਦਾ। ਫਿਰ ਘਰ ਵੈਸੋ ਹਰ ਜਨ ਪਿਆਰੇ, ਐ ਹਰੀ ਦੇ ਜਨ ਪਿਆਰੇ ਗੁਰਸਿੱਖਾ, ਹਿਰਦੇ ਰੂਪੀ ਘਰ ਵਿੱਚ ਅਡੋਲ ਹੋ ਕੇ ਬੈਠ। ਆਖੋ ਵਾਹਿਗੁਰੂ। ਭਾਵ ਜੀਵਨ ਜਿਉਂ ਅਡੋਲਤਾ ਵਿੱਚ, ਦੁੱਖ ਸੁੱਖ ਤਾਂ ਜ਼ਿੰਦਗੀ 'ਚ ਆਉਂਦੇ ਰਹਿਣਗੇ, ਉਤਰਾ ਚੜਾਅ ਜ਼ਿੰਦਗੀ 'ਚ ਬਣਦੇ ਰਹਿਣਗੇ। ਲਾਈਫ ਕਦੀ ਵੀ ਸਮੂਥਲੀ ਨਹੀਂ ਚੱਲਦੀ, ਇਹਦੇ 'ਚ ਅਪ ਐਂਡ ਡਾਊਨ ਆਉਂਦੇ ਨੇ। ਜ਼ਿੰਦਗੀ ਕਦੀ ਇੱਕ ਸਾਹ ਨਿਰੰਤਰ ਨਹੀਂ ਚੱਲਦੀ ਹੁੰਦੀ, ਇਹਦੇ 'ਚ ਉਤਰਾ ਚੜਾਅ ਆਉਂਦੇ ਨੇ। ਪਰ ਤੇਰੇ ਅੰਦਰ ਵਿਜ਼ਨ ਹੋਣਾ ਚਾਹੀਦਾ, ਤੂੰ ਪਰਿਵਾਰ ਲਈ, ਬੱਚਿਆਂ ਲਈ, ਕਾਰੋਬਾਰ ਲਈ ਕਿੰਨਾ ਕੁ ਕਰਨਾ ਹੈ ਤੇ ਕੌਮ ਲਈ, ਸਮਾਜ ਲਈ ਕਿੰਨਾ ਕਰਨਾ ਹੈ। ਇੱਕ ਬੈਲੈਂਸ ਬਣਾਉਣਾ ਹੈ ਤੇ ਉਸ ਬੈਲੈਂਸ ਦੇ ਆਧਾਰ ਤੇ ਅਡੋਲਤਾ ਦੇ ਵਿੱਚ ਤੁਰੇ ਰਹਿਣਾ ਹੈ। ਇਹਨੂੰ ਕਿਹਾ ਥਿਰ ਕਰ ਬੈਸੋ। ਇਹਦੇ ਲਈ ਅੰਦਰ ਰੱਬ ਦੀ ਯਾਦ ਹੋਏਗੀ ਤਾਂ ਬਣੇਗਾ, ਅੰਦਰ ਰੱਬ ਦਾ ਭੈ ਹੋਏਗਾ ਤਾਂ ਗੱਲ ਬਣੇਗੀ, ਅੰਦਰ ਗੁਰੂ ਉਪਦੇਸ਼ ਦੀ ਸੋਝੀ ਹੋਏਗੀ ਤਾਂ ਜਨ ਬਣੇਗੀ। ਇਸ ਲਈ ਹਰ ਜਨ ਪਿਆਰੇ, ਹਰੀ ਦੇ ਪਿਆਰੇ ਸੇਵਕ ਬਣ ਕੇ ਅਡੋਲਤਾ ਵਿੱਚ ਜੀਵਨ ਜਿਉਣਾ ਸਿੱਖ। ਆਖੋ ਵਾਹਿਗੁਰੂ। ਸਤਿਗੁਰ ਤੁਮਰੇ ਕਾਜ ਸਵਾਰੇ ਰਹਾਓ। ਇਹਦੇ ਲਈ ਜੋ ਕੁਝ ਚਾਹੀਦਾ, ਸਿਦਕ ਚਾਹੀਦਾ, ਸੋਝੀ ਚਾਹੀਦੀ ਹੈ, ਲਗਨ ਚਾਹੀਦੀ ਹੈ, ਲਿਵ ਚਾਹੀਦੀ ਹੈ, ਗੁਣ ਚਾਹੀਦੇ ਨੇ, ਉਪਦੇਸ਼ ਚਾਹੀਦਾ ਹੈ, ਉਹ ਸਾਰੇ ਕਾਰਜ ਤੇਰੇ ਸਤਿਗੁਰ ਸਰੂਪ ਨੇ ਪੂਰੇ ਕਰਨੇ ਨੇ। ਆਖੋ ਵਾਹਿਗੁਰੂ। ਸੱਚੇ ਗਿਆਨ ਨੇ ਸਿਖਾਉਣਾ ਤੈਨੂੰ, ਗੁਰੂ ਦੀ ਆਵਾਜ਼ ਨੇ। ਬਸ ਇਸ ਤਰੀਕੇ ਨਾਲ ਗੁਰੂ ਨਾਲ ਮਿਲਾਪ ਕਰ ਕਿ ਗੁਰੂ ਸਾਹਿਬ ਕਹਿ ਕੀ ਰਹੇ ਨੇ ਉਹਨੂੰ ਸਮਝ, ਉਹਨੂੰ ਸਿੱਖ। ਇਹ ਰਹਾਉ ਪਦਾ ਹੈ, ਸੈਂਟਰਲ ਆਈਡੀਆ ਹੈ। ਫਿਰ ਉਹ ਸਤਿਗੁਰ ਸਰੂਪ ਨੇ ਐਸੀ ਕਿਰਪਾ ਕਰਨੀ, ਦੁਸ਼ਟ ਦੂਤ ਪਰਮੇਸ਼ਰ ਮਾਰੇ। ਅੰਦਰ ਦੁਸ਼ਟ ਹੈ, ਖੋਟਾ ਸੁਭਾਅ, ਖੋਟੀ ਮੱਤ, ਤੇ ਦੂਤ ਨੇ ਪੰਜ ਵਿਕਾਰ, ਬੁਰੀਆਂ ਆਦਤਾਂ। ਜੇ ਤੂੰ ਗੁਰੂ ਦੇ ਉਪਦੇਸ਼ ਨੂੰ ਸੋਚ ਤੇ ਸੁਭਾਅ ਤੇ ਲਾਗੂ ਕਰੇਗਾ, ਵਾਹਿਗੁਰੂ ਜੀ ਨੇ ਦੁਸ਼ਟ ਦੂਤ ਮਾਰ ਦੇਣੇ ਨੇ। ਆਖੋ ਵਾਹਿਗੁਰੂ। ਜਨ ਕੀ ਪੈਜ ਰੱਖੀ ਕਰਤਾਰੇ। ਆਪਣੇ ਆਪ ਨੂੰ ਵਾਹਿਗੁਰੂ ਜੀ ਦਾ ਸੇਵਕ ਮੰਨ ਕੇ, ਜਨ ਮੰਨ ਕੇ ਜੀਵਨ ਜਿਉਣਾ ਆ ਜਾਵੇ ਨਾ, ਫਿਰ ਕਰਤਾਰ ਵਾਹਿਗੁਰੂ ਜੀ ਪੈਜ ਰੱਖਦੇ ਨੇ, ਸਫਲਤਾ ਦਿੰਦੇ ਨੇ। ਬਾਦਸ਼ਾਹ ਸ਼ਾਹ ਸਭ ਬਸ ਕਰ ਦੀਨੇ। ਸ਼ਾਹ ਅਮੀਰ, ਬਾਦਸ਼ਾਹ ਰਾਜੇ ਸਾਰੇ ਬਸ ਵਿੱਚ ਕਰ ਦਿੱਤੇ। ਇਹ ਕੀ ਹੋਇਆ? ਇਸ ਦੀ ਰਮਨ ਸਮਝਿਓ, ਕਨਸੈਪਟ ਸਮਝਿਓ। ਗੁਰਸਿੱਖ ਜਦੋਂ ਗੁਰੂ ਨੂੰ, ਰੱਬ ਨੂੰ ਸਮਰਪਿਤ ਹੋ ਜਾਵੇ, ਉਹ ਕਿਸੇ ਦੀ ਮੁਹਤਾਜੀ ਨਹੀਂ ਕਰਦਾ। ਅਮੀਰ ਹੋਏਗਾ, ਆਪਣੇ ਘਰ ਹੋਏਗਾ, ਪੋਲੀਟੀਕਲ ਪਾਵਰ ਹੋਏਗੀ, ਆਪਣੇ ਘਰ ਹੋਏਗਾ। ਸਾਨੂੰ ਕੀ? ਇਹਨਾਂ ਦੇਸ਼ਾਂ ਵਿੱਚ, ਕੈਨੇਡਾ, ਅਮਰੀਕਾ ਵਰਗੇ ਦੇਸ਼ਾਂ ਵਿੱਚ, ਜਿੱਥੇ ਜਿੱਥੇ ਵੀ ਮੇਰੇ ਖਿਆਲ 'ਚ ਗੋਰਿਆਂ ਦੇ ਦੇਸ਼ ਨੇ, ਕਮਾਲ ਹੈ ਇਹਨਾਂ ਦਾ ਤਰੀਕਾ, ਸਿਸਟਮ ਜੋ ਇਹਨਾਂ ਦਾ ਹੈ। ਇੱਥੇ ਕੋਈ MP ਹੈ, ਕੋਈ MLA ਹੈ, ਕੋਈ ਪ੍ਰਾਈਮ ਮਿਨਿਸਟਰ ਹੈ, ਕਿਸੇ ਬੰਦੇ ਨਾਲ ਓਵਰ ਦਾ ਰੂਲ ਧੱਕਾ ਨਹੀਂ ਕਰ ਸਕਦਾ। ਤੇ ਲੋਕਾਂ ਨੂੰ ਇਹਨਾਂ ਤਾਈਂ ਕੋਈ ਵਿਸ਼ੇਸ਼ ਕੰਮ ਨਹੀਂ ਪੈਂਦਾ, ਸਾਰੇ ਕੰਮ ਆਟੋਮੈਟਿਕਲੀ ਡਿਪਾਰਟਮੈਂਟਸ ਰਾਹੀਂ ਹੋ ਜਾਂਦੇ ਨੇ। ਐਸਾ ਲੋੜ ਹੀ ਨਹੀਂ ਕੋਈ ਕਿ ਇੱਥੇ ਫਲਾਣੇ ਦੀ ਫਰਮਾਇਸ਼ ਪਾਉਣੀ ਪਵੇ ਤਾਂ ਕੰਮ ਹੋਏਗਾ, ਨਹੀਂ ਤੇ ਪੋਲੀਟੀਕਲ ਪਾਵਰ ਬਿਨਾਂ ਕੰਮ ਹੀ ਨਹੀਂ ਹੋਏਗਾ। ਉਹ ਇਹਨਾਂ ਦੇਸ਼ਾਂ ਵਿੱਚ ਹੈ ਹੀ ਨਹੀਂ। ਇਹਨਾਂ ਦੇਸ਼ਾਂ ਵਿੱਚ ਇਸ ਗੱਲ ਦੀ ਆਟੋਮੈਟਿਕਲੀ ਹਰ ਸਿਟੀਜ਼ਨ ਦੇ ਕੋਲ ਇਹ ਬੇਮੁਹਤਾਜੀ ਹੈ ਕਿ ਤੂੰ MLA ਹੋਏਗਾ ਪਿਆਰੇ, ਆਪਣੇ ਘਰ ਹੋਏਗਾ, ਤੂੰ MP ਹੋਏਗਾ, ਆਪਣੇ ਘਰ ਹੋਏਗਾ। ਮੈਂ ਆਪਣੇ ਸਿਸਟਮ ਵਿੱਚ ਗੁੱਡ ਸਿਟੀਜ਼ਨ ਹੋ ਕੇ ਵਿਚਰਨਾ, ਮੈਂ ਤੇਰੇ ਤੋਂ ਸਪੈਸ਼ਲ ਕੁਛ ਲੈਣਾ ਨਹੀਂ। ਪਰ ਇਸ ਸਿਸਟਮ ਨੇ ਜੇ ਹਰ ਨਾਗਰਿਕ ਨੂੰ ਇਹ ਬੇਮੁਹਤਾਜੀ ਦੇ ਦਿੱਤੀ ਹੈ, ਮੇਰੇ ਗੁਰੂ ਦੇ ਉਪਦੇਸ਼ ਨੇ ਬੇਮੁਹਤਾਜੀ ਸਿਖਾਉਣੀ ਹੈ। ਬੇਮੁਹਤਾਜ ਬਣਨ ਵਾਸਤੇ ਨਜਾਇਜ਼ ਫਾਇਦਾ ਉਠਾਉਣ ਦੀ ਆਦਤ ਛੱਡਣੀ ਪਵੇਗੀ। ਨਜਾਇਜ਼ ਫਾਇਦਾ ਉਠਾਉਣਾ, ਸੈਲਫਿਸ਼ ਹੋ ਜਾਣਾ, ਲੋਭੀ ਹੋ ਜਾਣਾ, ਉਹ ਮੁਹਤਾਜੀ ਕਰਵਾਉਂਦਾ। ਆਖੋ ਵਾਹਿਗੁਰੂ। ਤੇ ਰੱਬ ਦੇ ਸੇਵਕ ਬੇਮੁਹਤਾਜ ਹੁੰਦੇ ਨੇ। ਕੋਈ ਅਮੀਰ ਬਾਦਸ਼ਾਹ, ਕਿਸੇ ਕੋਲ ਪੋਲੀਟੀਕਲ ਪਾਵਰ, ਕਿਸੇ ਕੋਲ ਪੈਸਾ, ਪ੍ਰਾਪਰਟੀ,
ਉਹ ਕਿਸੇ ਦੀ ਗੁਲਾਮੀ ਨਹੀਂ ਕਰਦੇ। ਅੰਮ੍ਰਿਤ ਨਾਮ ਮਹਾਰਸ ਪੀਨੇ, ਉਹ ਵਾਹਿਗੁਰੂ ਜੀ ਦਾ ਦਿੱਤਾ ਹੋਇਆ ਗਿਆਨ ਰੂਪੀ ਨਾਮ ਦੇ ਵਿੱਚੋਂ ਅੰਮ੍ਰਿਤ ਰਸ, ਧਿਆਨ ਰੂਪੀ ਨਾਮ ਦੇ ਵਿੱਚੋਂ ਜੋ ਰਸ ਹੈ, ਆਨੰਦ ਹੈ, ਮਹਾਰਸ ਹੈ, ਉਹਨੂੰ ਹਰ ਵੇਲੇ ਮਾਣਦੇ ਨੇ, ਪੀਂਦੇ ਨੇ। ਨਿਰਭਉ ਹੋਏ ਭਜੋ ਭਗਵਾਨ, ਉਹਨਾਂ ਨੂੰ ਕਿਸੇ ਦਾ ਭੈ ਨਹੀਂ। ਉਹ ਨਾ ਕਿਸੇ ਨੂੰ ਡਰਾਉਂਦੇ ਨੇ, ਨਾ ਕਿਸੇ ਤੋਂ ਭੈ ਮੰਨਦੇ ਨੇ, ਨਾ ਕਿਸੇ ਨਾਲ ਵੈਰ ਕਰਦੇ ਨੇ। ਨਿਰਭਉ ਹੋ ਕੇ ਨਿਰਭਉ ਵਾਹਿਗੁਰੂ ਜੀ ਦੇ ਗੁਰਮਤਿ ਅਨੁਸਾਰ ਭਜਨ ਕਰਨਾ ਉਹਨਾਂ ਨੂੰ ਆ ਜਾਂਦਾ ਹੈ, ਜਿਉਣਾ ਆ ਜਾਂਦਾ ਹੈ। ਸਿੱਖਦੇ ਕਿੱਥੋਂ ਨੇ? ਸਾਧ ਸੰਗਤ ਮਿਲ ਕੀਨੋ ਦਾਨ, ਗੁਰੂ ਕੀ ਸੰਗਤ ਵਿੱਚੋਂ। ਗੁਰੂ ਦੇ ਉਪਦੇਸ਼ ਨੂੰ ਸੋਚ ਸੁਭਾਅ 'ਤੇ ਲਾਗੂ ਕਰਕੇ ਜਦੋਂ ਜਿਉਂਦੇ ਨੇ, ਤੇ ਵਾਹਿਗੁਰੂ ਸੱਚੇ ਪਾਤਸ਼ਾਹ ਸਤਸੰਗਤ ਰਾਹੀਂ, ਗੁਰੂ ਦੀ ਸੰਗਤ ਰਾਹੀਂ ਫਿਰ ਉਹ ਦਾਨ ਦਿੰਦੇ ਨੇ। ਦਾਨ ਹੈ ਬਖਸ਼ਿਸ਼, ਬਖਸ਼ਿਸ਼ ਦੇ ਦਿੰਦੇ ਨੇ। ਸ਼ਰਨ ਪਰੇ ਪ੍ਰਭ ਅੰਤਰਜਾਮੀ, ਜਿਹੜੇ ਵਾਹਿਗੁਰੂ ਜੀ ਦੀ ਸ਼ਰਨ ਪੈਂਦੇ ਨੇ। ਵਾਹਿਗੁਰੂ ਜੀ ਦਿਲਾਂ ਦੀਆਂ ਜਾਣਨਹਾਰ ਨੇ, ਅੰਤਰਜਾਮੀ ਨੇ। ਉਹ ਆਪਣੇ ਵਾਹਿਗੁਰੂ ਜੀ ਨੂੰ ਖੁੱਲੀ ਸਮਰਪਿਤ ਹੋ ਕੇ ਰੱਬੀ ਮਾਰਗ ਲਈ ਆਪਾ ਵਾਰ ਦਿੰਦੇ ਨੇ। ਆਖੋ ਵਾਹਿਗੁਰੂ। ਨਾਨਕ ਓਟ ਪਕੜੀ ਪ੍ਰਭ ਸੁਆਮੀ, ਉਹਨਾਂ ਨੇ ਆਪਣੇ ਸੁਆਮੀ ਮਾਲਕ ਵਾਹਿਗੁਰੂ ਜੀ ਦੀ ਓਟ ਪਕੜ ਲਈ, ਆਸਰਾ ਪਕੜ ਲਿਆ। ਵਾਹਿਗੁਰੂ ਜੀ ਦੇ ਆਸਰੇ ਜੀਵਨ ਸਫਲ ਕਰਦੇ ਨੇ। ਆਖੋ ਵਾਹਿਗੁਰੂ। ਗੌੜੀ ਮਹੱਲਾ ਪੰਜਵਾਂ, ਅਗਲਾ ਸ਼ਬਦ ਗੌੜੀ ਰਾਗ ਦਾ, ਗੁਰੂ ਅਰਜਨ ਦੇਵ ਸਾਹਿਬ ਜੀ ਦਾ। ਹਰ ਸੰਗ ਰਾਤੇ ਭਾਹ ਨਾ ਜਲੈ, ਜਿਹੜੇ ਵਾਹਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਸਮਝ ਕੇ ਰੱਬ ਹਰ ਵਰਤਾਰੇ ਵਿੱਚ ਸੱਚਾ ਗਿਆਨ ਬਣ ਕੇ ਬੈਠੇ ਨੇ। ਹਰ ਵਰਤਾਰੇ ਵਿੱਚ ਸਿੱਖਿਆ ਬਣ ਕੇ ਵਾਹਿਗੁਰੂ ਜੀ ਦੇ ਦੀਦਾਰ ਹੁੰਦੇ ਨੇ। ਉਹ ਸਿੱਖਦੇ ਰਹਿੰਦੇ ਨੇ, ਗਿਆਨ ਰੂਪੀ ਸਰੂਪ ਦੇ, ਗਿਆਨ ਸਰੂਪ ਦੇ ਦੀਦਾਰ ਕਰਦੇ ਰਹਿੰਦੇ ਨੇ। ਗੁਰੂ ਤੋਂ ਗਿਆਨ ਸਰੂਪ ਲੈਂਦੇ ਨੇ, ਜ਼ਿੰਦਗੀ ਵਿੱਚ ਜਿਉਂਦੇ ਨੇ। ਉਹ ਜੋ ਰੱਬ ਨੂੰ ਹਾਜ਼ਰ ਨਾਜ਼ਰ ਸਮਝ ਕੇ ਉਹਦੇ ਪਿਆਰ ਵਿੱਚ ਜਿਉਂਦੇ ਨੇ। ਭਾਹ ਨਾ ਜਲੈ, ਉਹ ਤ੍ਰਿਸ਼ਨਾ ਦੀ ਅੱਗ ਵਿੱਚ ਸੜਦੇ ਨਹੀਂ। ਉਹ ਨਫ਼ਰਤ ਦੀ ਅੱਗ ਵਿੱਚ ਉਹਨਾਂ ਦੇ ਸੁਭਾਅ ਸੜਦੇ ਨਹੀਂ। ਉਹ ਲੋਭ ਲਾਲਚ ਹੰਕਾਰ ਦੀ ਅੱਗ ਵਿੱਚ ਅੰਦਰੋਂ ਨਹੀਂ ਸੜਦੇ। ਆਖੋ ਵਾਹਿਗੁਰੂ। ਹਰ ਸੰਗ ਰਾਤੇ ਮਾਇਆ ਨਹੀਂ ਛਲੈ, ਰੋਂਗ ਅਟੈਂਸ਼ਨ ਮਾਇਆ ਹੈ। ਕੁਸੰਗ ਪ੍ਰਵਿਰਤੀਆਂ ਮਾਇਆ ਹੈ, ਬੁਰੀਆਂ ਆਦਤਾਂ ਮਾਇਆ ਹੈ। ਉਹ ਇਹਨਾਂ ਆਦਤਾਂ ਜਿਹੜੀਆਂ ਨੇ ਫਿਰ ਰੱਬ ਦੇ ਪਿਆਰਿਆਂ ਨੂੰ ਪਾਉਂਦੀਆਂ ਨਹੀਂ। ਆਖੋ ਵਾਹਿਗੁਰੂ। ਹਮਲਾ ਨਹੀਂ ਕਰਦੀਆਂ। ਹਰ ਸੰਗ ਰਾਤੇ ਨਹੀਂ ਡੁੱਬੈ ਜਲੈ, ਜੋ ਵਾਹਿਗੁਰੂ ਦੇ ਪਿਆਰ ਵਿੱਚ ਭਿੱਜੇ ਨੇ, ਰੱਬ ਦੇ ਪਿਆਰ ਵਿੱਚ ਜਿਉਣ ਵਾਲੇ, ਉਹ ਵਿਚਾਰਾਂ ਤੇ ਸੋਚਾਂ, ਬੁਰੇ ਸੋਚ, ਬੁਰੇ ਵਿਚਾਰਾਂ ਵਿੱਚ ਡੁੱਬਦੇ ਨਹੀਂ। ਹਰ ਸੰਗ ਰਾਤੇ ਸੋ ਫਲ ਫਲਾ, ਉਹਨਾਂ ਦਾ ਜੀਵਨ ਗੁਰੂ ਦੇ ਗੁਣਾਂ ਨਾਲ, ਰੱਬ ਦੇ ਗੁਣਾਂ ਨਾਲ ਫਲ ਜਾਂਦਾ ਹੈ, ਭਰ ਜਾਂਦਾ ਹੈ। ਉਹਨੂੰ ਵੰਡਦੇ ਨੇ ਸੋ ਫਲ ਫਲਾ, ਆਪਾ ਵਾਰਦੇ ਨੇ। ਉਹ ਗੁਣਾਂ ਨੂੰ ਵਰਤਦੇ ਨੇ, ਫਲ ਲੱਗ ਗਿਆ। ਗੁਣਾਂ ਨਾਲ ਪਰਉਪਕਾਰ ਬਣਦੇ ਕਰਦੇ ਨੇ, ਸੋ ਫਲ ਹੋ ਗਏ ਨੇ, ਫਲ ਬਣ ਰਹੇ ਨੇ। ਸਭ ਭੈ ਮਿਟੈ ਤੁਮਾਰੈ ਨਾਏ, ਇਹ ਵਾਹਿਗੁਰੂ ਜੀ ਜਿਨ੍ਹਾਂ ਨੂੰ ਤੁਹਾਡਾ ਗਿਆਨ ਰੂਪੀ ਨਾਮ ਜਿਉਣਾ ਆ ਗਿਆ, ਧਿਆਨ ਰੂਪੀ ਨਾਮ ਅਹਿਸਾਸ ਮਹਿਸੂਸ ਕਰਨ ਦੇ ਤਲ 'ਤੇ ਵਸਾਉਣਾ ਆ ਗਿਆ, ਉਹਨਾਂ ਦੇ ਸਾਰੇ ਭੈ ਮਿਟ ਜਾਂਦੇ ਨੇ। ਭੇਟਤ ਸੰਗ ਹਰ ਹਰ ਗੁਣ ਗਾਏ ਰਹਾਓ, ਉਹ ਗੁਰੂ ਦਾ ਸੰਗ ਕਰਕੇ, ਗੁਰੂ ਦੇ ਉਪਦੇਸ਼ ਦਾ ਸੰਗ ਕਰਕੇ ਉਹਨਾਂ ਨੂੰ ਰੱਬ ਦੇ ਗੁਣ ਗਾਉਣੇ ਆ ਜਾਂਦੇ ਨੇ। ਤਿੰਨੋਂ ਗੱਲਾਂ ਯਾਦ ਰੱਖਿਓ। ਗੁਣਾਂ ਨੂੰ ਜ਼ਿੰਦਗੀ 'ਚ ਜਿਉਣਾ, ਗੁਣਾਂ ਨਾਲ ਪਰਉਪਕਾਰ ਕਰਨਾ, ਗੁਣਾਂ ਦੀਆਂ ਵਿਚਾਰਾਂ ਕਰਨੀਆਂ। ਇਹ ਤਿੰਨ ਚੀਜ਼ਾਂ ਨੇ। ਗੁਣ ਗਾਉਣੇ ਔਰ ਇਹਦੇ ਪਿਆਰ ਵਿੱਚ ਭਿੱਜੇ ਰਹਿੰਦੇ ਨੇ। ਲਗਨ ਲੱਗ ਜਾਂਦੀ ਹੈ ਇਸ ਤਰ੍ਹਾਂ ਜਿਉਣ ਦੀ। ਹਰ ਸੰਗ ਰਾਤੇ ਮਿਟੈ ਸਭ ਚਿੰਤਾ, ਜੋ ਰੱਬ ਦੇ ਪਿਆਰ ਵਿੱਚ ਭਿੱਜੇ ਰਹਿੰਦੇ ਨੇ, ਉਹਨਾਂ ਨੂੰ ਕੋਈ ਚਿੰਤਾ ਨਹੀਂ ਹੁੰਦੀ, ਫਿਕਰ ਨਹੀਂ ਹੁੰਦਾ। ਕੋਈ ਚਿੰਤਾ ਘੇਰ ਵੀ ਲਵੇ ਤਾਂ ਗੁਰੂ ਦਾ ਉਪਦੇਸ਼ ਤਤ ਛਿਨ ਉਹਨਾਂ ਨੂੰ ਅੰਦਰੋਂ ਹੌਸਲਾ ਦਿੰਦਾ ਹੈ, ਬਚ ਜਾਂਦੇ ਨੇ। ਹਰ ਸਿਉ ਰਚੈ ਜਿਸ ਸਾਧ ਕਾ ਮੰਨਤਾ, ਰੱਬ ਦੇ ਪਿਆਰ ਵਿੱਚ ਉਹੀ ਰਚੇ ਹੁੰਦੇ ਨੇ, ਉਹੀ ਭਿੱਜੇ ਹੁੰਦੇ ਨੇ ਜਿਨ੍ਹਾਂ ਨੂੰ ਗੁਰੂ ਦਾ ਦਿੱਤਾ ਉਪਦੇਸ਼ ਪ੍ਰੈਕਟੀਕਲ ਜਿਉਣਾ ਆ ਜਾਂਦਾ ਹੈ। ਸਾਧ ਕਾ ਮੰਨਤਾ, ਸਾਧ ਗੁਰੂ, ਮੰਨਤਾ ਸਲਾਹ, ਉਪਦੇਸ਼, ਸਿੱਖਿਆ। ਹਰ ਸੰਗ ਰਾਤੇ ਜਮ ਕੀ ਨਹੀਂ ਤਰਾਸ, ਉਹ ਰੱਬ ਦੇ ਪਿਆਰ ਵਿੱਚ ਭਿੱਜੇ ਨੇ। ਵਿਕਾਰਾਂ ਦੇ, ਜਮਾਂ ਦੀ, ਆਦਤਾਂ ਦੀ ਖਿੱਚ
ਉਹਨਾਂ ਤੇ ਹਮਲਾ ਨਹੀਂ ਕਰਦੀ। ਆਖੋ ਵਾਹਿਗੁਰੂ। ਹਰ ਸੰਗ ਰਾਤੇ ਪੂਰਨ ਆਸ, ਵਾਹਿਗੁਰੂ ਦੇ ਪਿਆਰ ਵਿੱਚ ਭਿੱਜੇ ਹੁੰਦੇ ਨੇ। ਰੱਬੀ ਮਾਰਗ ਵਾਲਾ ਜੀਵਨ ਜਿਉਣਾ ਇਹਨਾਂ ਦੀ ਇਹੋ ਹੀ ਉਹਨਾਂ ਦੇ ਅੰਦਰ ਆਸ਼ਾ ਇੱਛਾ ਹੁੰਦੀ ਹੈ ਤੇ ਵਾਹਿਗੁਰੂ ਜੀ ਪੂਰੀ ਕਰਦੇ ਨੇ, ਸਫਲਤਾ ਦਿੰਦੇ ਨੇ। ਹਰ ਸੰਗ ਰਾਤੇ ਦੁੱਖ ਨ ਲੱਗੈ, ਸਭ ਤੋਂ ਵੱਡਾ ਦੁੱਖ ਹੈ ਮਨਮੁਖ ਬਣ ਜਾਣਾ। ਸਭ ਤੋਂ ਵੱਡਾ ਦੁੱਖ ਹੈ ਮਨਮਤ ਵਾਲੀ ਸੋਚ ਬਣ ਜਾਣੀ। ਦੁੱਖ ਹੈ ਰੱਬ ਤੋਂ ਟੁੱਟ ਜਾਣਾ, ਗੁਰੂ ਤੋਂ ਟੁੱਟ ਜਾਣਾ, ਸਿੱਖੀ ਤੋਂ ਟੁੱਟ ਜਾਣਾ। ਜਿਹੜੇ ਰੱਬ ਦੇ ਪਿਆਰ ਵਿੱਚ ਭਿੱਜਦੇ ਨੇ ਉਹਨਾਂ ਨੂੰ ਇਹ ਦੁੱਖ ਨਹੀਂ ਲੱਗਦਾ, ਉਹ ਨਹੀਂ ਟੁੱਟਦੇ। ਹਰ ਸੰਗ ਰਾਤਾ ਅਨਦਿਨ ਜਾਗੈ, ਕਿਉਂਕਿ ਰੱਬ ਦੇ ਪਿਆਰ ਵਿੱਚ ਭਿੱਜੇ ਨੇ, ਅੰਦਰੋਂ ਸੁਚੇਤ ਹੁੰਦੇ ਨੇ। ਅੰਦਰੋਂ ਉਹਨਾਂ ਨੂੰ ਗੁਰੂ ਦੇ ਉਪਦੇਸ਼ ਰਾਹੀਂ ਚੇਤਨਾ ਮਿਲੀ ਹੁੰਦੀ ਹੈ, ਅੰਦਰੋਂ ਜਾਗੇ ਹੁੰਦੇ ਨੇ। ਉਹ ਲਾਪਰਵਾਹ ਨਹੀਂ ਹੁੰਦੇ, ਉਹ ਗਫਲਤਾ ਦੀ ਨੀਂਦ ਵਿੱਚ ਨਹੀਂ ਸੌਂਦੇ। ਉਹ ਗੁਰੂ ਦੇ ਮਾਰਗ ਨੂੰ, ਗੁਰੂ ਦੀਆਂ ਸਿੱਖਿਆਵਾਂ ਨੂੰ ਇਗਨੋਰ ਨਹੀਂ ਕਰਦੇ, ਅੰਦਰੋਂ ਜਾਗੇ ਹੁੰਦੇ ਨੇ। ਹਰ ਸੰਗ ਰਾਤਾ ਸਹਿਜ ਘਰ ਵਸੈ, ਕਿਉਂਕਿ ਉਹਨਾਂ ਦੇ ਜੀਵਨ ਵਿੱਚ ਅਡੋਲਤਾ ਆ ਗਈ ਹੁੰਦੀ ਹੈ। ਅਡੋਲਤਾ ਹੀ ਸਹਿਜ ਦਾ ਘਰ ਹੈ, ਇਹੀ ਨਿੱਜ ਘਰ ਹੈ। ਉਹਨਾਂ ਨੂੰ ਅਡੋਲ ਰਹਿ ਕੇ ਹਰ ਹਾਲਾਤ ਦੇ ਵਿੱਚ, ਹਰ ਉਤਰਾਅ ਚੜ੍ਹਾਅ ਦੇ ਵਿੱਚ ਗੁਰੂ ਦੇ ਰੱਬ ਦੇ ਮਿਸ਼ਨ ਤੇ ਤੁਰਨ ਦੀ ਯੁਗਤ ਆ ਗਈ ਹੁੰਦੀ ਹੈ। ਆਖੋ ਵਾਹਿਗੁਰੂ। ਉਹਨਾਂ ਜ਼ਿੰਦਗੀ 'ਚ ਬੜੇ ਉਤਰਾਅ ਚੜ੍ਹਾਅ ਦੇਖੇ ਹੁੰਦੇ ਨੇ। ਦੁੱਖਾਂ ਨੂੰ, ਵਿਘਨਾਂ, ਰੁਕਾਵਟਾਂ ਨੂੰ ਉਹਨਾਂ ਨੇ ਜ਼ਿੰਦਗੀ 'ਚ ਝੱਲਿਆ ਹੁੰਦਾ ਹੈ। ਰੱਬ ਦੇ ਪਿਆਰ ਵਿੱਚ ਭਿੱਜੇ ਹੁੰਦੇ ਨੇ। ਹਰ ਸੰਗ ਰਾਤੇ ਭ੍ਰਮ ਭਉ ਨਸੈ, ਫਿਰ ਵਾਹਿਗੁਰੂ ਦੇ ਪਿਆਰ ਵਿੱਚ ਭਿੱਜਣ ਕਰਕੇ ਵਾਹਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਸਮਝਦੇ ਨੇ। ਇਹ ਮਹਿਸੂਸ ਕਰਕੇ ਉਹ ਪਿਆਰ ਦੇ ਰੰਗ ਵਿੱਚ ਭਿੱਜਦੇ ਨੇ। ਉਹਨਾਂ ਦੇ ਅੰਦਰੋਂ ਭਰਮ ਵੀ ਦੂਰ ਹੋ ਜਾਂਦਾ, ਭਉ ਵੀ ਦੂਰ ਹੋ ਜਾਂਦਾ। ਉਹਨਾਂ ਨੂੰ ਪਤਾ ਹੈ ਵਾਹਿਗੁਰੂ ਜੀ ਨੇ ਹਮੇਸ਼ਾ ਆਪਣੇ ਪਿਆਰਾਂ ਦੀ ਰੱਖਿਆ ਕਰਨੀ ਹੈ, ਕਿਰਪਾ ਕਰਨੀ ਹੈ। ਹਰ ਸੰਗ ਰਾਤੇ ਮਤ ਉੱਤਮ ਹੋਏ, ਬਸ ਫਿਰ ਉਹ ਵਾਹਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਸਮਝਦੇ ਨੇ। ਉਹਨਾਂ ਨੂੰ ਪਤਾ ਹੈ ਕਿ ਰੱਬ ਸੱਚਾ ਗਿਆਨ ਬਣ ਕੇ ਹਰ ਵਰਤਾਰੇ ਵਿੱਚ ਹੈ। ਉਹ ਅੰਦਰ ਵੀ, ਬਾਹਰ ਵੀ, ਹਰ ਥਾਂ ਤੇ ਹੈ। ਤੇ ਉਹਨਾਂ ਦੀ ਮੱਤ, ਉਹਨਾਂ ਦੀ ਸੋਚ, ਵਿਜ਼ਨ, ਨਿਸ਼ਾਨਾ ਆਮ ਮਨੁੱਖਾਂ ਨਾਲੋਂ ਉੱਚਾ ਹੁੰਦਾ। ਆਖੋ ਵਾਹਿਗੁਰੂ। ਮਤ ਉੱਤਮ ਹੋਏ। ਅਰਦਾਸ ਵਿੱਚ ਹਰ ਇੱਕ ਲਈ ਮੰਗਿਆ ਜਾਂਦਾ ਹੈ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ। ਹਰ ਮਨੁੱਖ ਜਿਉਣ ਦਾ ਤਰੀਕਾ ਮਨ ਉੱਚਾ, ਮਤ ਨੀਵੀਂ ਤੇ ਜਿਉ ਰਿਹਾ। ਆਖੋ ਵਾਹਿਗੁਰੂ। ਅਰਦਾਸ ਵਿੱਚ ਖੜਨਾ, ਬੋਲਣਾ, ਸੁਣਨਾ ਕੋਈ ਮਾਇਨੇ ਨਹੀਂ ਰੱਖਦਾ ਜਿੰਨਾ ਚਿਰ ਇਹ ਪ੍ਰਾਪਤੀ ਨਹੀਂ ਹੋਈ। ਆਖੋ ਜਿੰਨਾ ਚਿਰ ਅੰਦਰੋਂ ਤੜਫ ਨਾਲ ਨਹੀਂ ਮੰਗਦਾ। ਇਸ ਲਈ ਅਰਦਾਸ ਦਾ ਇੱਕ ਇੱਕ ਪਲ ਸਿੱਖਣਾ ਚਾਹੀਦਾ, ਇੱਕ ਇੱਕ ਸ਼ਬਦ ਸਿੱਖਣਾ ਚਾਹੀਦਾ, ਉਹਦੀ ਭਾਵਨਾ ਸਿੱਖਣੀ ਚਾਹੀਦੀ ਹੈ। ਹਰ ਸੰਗ ਰਾਤੇ ਨਿਰਮਲ ਹੋਏ, ਜੋ ਰੱਬ ਦੇ ਪਿਆਰ ਵਿੱਚ ਭਿੱਜਦੇ ਨੇ, ਹਾਜ਼ਰ ਨਾਜ਼ਰ ਸਮਝਦੇ ਨੇ, ਉਹਨਾਂ ਦਾ ਸੁਭਾਅ ਤੇ ਸੋਚ ਨਿਰਮਲ ਹੋ ਜਾਂਦੇ ਨੇ। ਸ਼ੁੱਧ ਭਾਵਨਾਵਾਂ, ਸ਼ੁੱਧ ਵਿਚਾਰ, ਸ਼ੁੱਧ ਸੋਚਾਂ ਆ ਜਾਂਦੀਆਂ ਨੇ। ਕਹੋ ਨਾਨਕ ਤਿਨ ਕੋ ਬਲ ਜਾਈ, ਨਾਨਕ ਜੀ ਕਹੋ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨਾਨਕ ਸ਼ਬਦ ਕਹਿ ਕੇ ਸਾਨੂੰ ਸਿਖਾ ਰਹੇ ਨੇ। ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਜਾਣਾ। ਇਹਨਾਂ ਤੋਂ ਜਿਨ ਕੋ ਪ੍ਰਭ ਮੇਰਾ ਬਿਸਰਤ ਨਾਹੀ, ਜਿਨ੍ਹਾਂ ਨੂੰ ਰੱਬ ਨਹੀਂ ਬਿਸਰਦਾ, ਰੱਬੀ ਮਾਰਗ ਤੇ ਤੁਰੇ ਰਹਿੰਦੇ ਨੇ। ਵਿਘਨ ਰੁਕਾਵਟਾਂ ਨੂੰ ਰੱਬ ਦੀ ਦਾਤ ਸਮਝ ਕੇ ਹੱਸ ਕੇ ਅਪਣਾਉਂਦੇ ਨੇ। ਹਰ ਵੇਲੇ ਵਾਹਿਗੁਰੂ ਜੀ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣਦੇ ਨੇ, ਬਖਸ਼ਿਸ਼ਾਂ ਜ਼ਿੰਦਗੀ 'ਚ ਜਿਉਂਦੇ ਨੇ। ਉਹ ਰੱਬੀ ਦਾਤਾਂ ਨੂੰ ਜ਼ਿੰਦਗੀ 'ਚ ਜਿਉਂਦੇ ਨੇ ਤੇ ਹੋਰਨਾਂ ਨੂੰ ਵੰਡਦੇ ਨੇ। ਆਖੋ ਵਾਹਿਗੁਰੂ। ਗੌੜੀ ਮਹੱਲਾ ਪੰਜਵਾਂ, ਗੌੜੀ ਰਾਗ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਅਗਲਾ 110ਵਾਂ ਸ਼ਬਦ ਸ਼ੁਰੂ ਹੋ ਰਿਹਾ। ਉਦਮ ਕਰਤ ਮਨ ਸ਼ੀਤਲ ਭਏ, ਜਿਨ੍ਹਾਂ ਨੇ ਉਦਮ ਹੀ ਨਹੀਂ ਕੀਤਾ। ਪੁੱਛੋ ਉਹਨੇ ਜਿਨ੍ਹਾਂ ਨੇ ਗੁਰਬਾਣੀ ਪੜ੍ਹੀ ਹੋਈ ਨਹੀਂ, ਆਪ ਸਹਿਜ ਪਾਠ ਕੀਤਾ ਹੀ ਨਹੀਂ, ਕਦੀ ਜ਼ਿੰਦਗੀ 'ਚ ਨਹੀਂ ਕੀਤਾ। ਇੱਕ ਉਹ ਜਿਨ੍ਹਾਂ ਬਾਣੀ ਪੜ੍ਹੀ, ਅਰਥ ਸਿੱਖਣ ਲਈ ਉਦਮ ਹੀ ਨਹੀਂ ਕੀਤਾ। ਜਿਹੜੇ ਅਰਥ ਸਿੱਖਣ ਤੁਰੇ, ਉਹਨਾਂ ਨੇ ਗੁਰਬਾਣੀ ਗ੍ਰਾਮਰ ਨੂੰ ਸਮਝਣਾ, ਕਹਾਵਤਾਂ ਨੂੰ ਸਮਝਣਾ, ਰਮਜ਼ਾਂ ਨੂੰ ਸਮਝਣਾ, ਉਦਮ ਹੀ ਨਹੀਂ ਕੀਤਾ। ਇਹ ਤਾਂ ਬੇਸਿਕ ਸੀ। ਇਸ ਤੋਂ ਅੱਗੇ ਸੀ ਗੁਰੂ ਦੇ ਨਜ਼ਰੀਏ ਨੂੰ ਸਮਝ ਕੇ ਸੋਚ ਸੁਭਾਅ ਨੂੰ ਪੜਚੋਲਣ ਦਾ ਜਿੰਨਾ ਉਦਮ ਹੀ ਨਹੀਂ ਕੀਤਾ। ਸੁਭਾਅ ਦੀਆਂ, ਆਪਣੇ ਸੁਭਾਅ ਦੀਆਂ, ਆਪਣੀ ਸੋਚ ਦੀਆਂ ਕਮਜ਼ੋਰੀਆਂ ਲੱਭਣ ਲਈ ਜਿਨ੍ਹਾਂ ਨੇ ਉਦਮ ਹੀ ਨਹੀਂ ਕੀਤਾ। ਜਿਨ੍ਹਾਂ ਨੇ ਸੋਚ ਤੇ ਸੁਭਾਅ ਨੂੰ ਸੰਵਾਰਨ ਲਈ ਉਦਮ ਹੀ ਨਹੀਂ ਕੀਤਾ, ਉਹ ਨਹੀਂ ਜਿਉ ਸਕੇ। ਆਖੋ ਵਾਹਿਗੁਰੂ। ਜਿਨ੍ਹਾਂ ਉਦਮ ਕੀਤਾ, ਉਦਮ ਕਰਤ ਸ਼ੀਤਲ ਮਨ ਪਏ।
ਮਨ ਵਿੱਚ ਸ਼ੀਤਲਤਾ, ਆਨੰਦ, ਚੜ੍ਹਦੀ ਕਲਾ, ਰੱਬੀ ਮਿਸ਼ਨ, ਕਿਆ ਬਾਤ ਹੈ। ਐਸੀ ਬਖਸ਼ਿਸ਼ ਹੋਈ ਮਾਰਗ ਚਲਤ ਸਗਲ ਦੁੱਖ ਗਏ। ਮਾਰਗ ਤੇ ਚਲਦੇ ਗਏ, ਦੁੱਖ ਆਉਂਦੇ ਗਏ, ਦੁੱਖ ਨਿਕਲਦੇ ਗਏ, ਚਿੰਤਾਵਾਂ ਰੁਕਾਵਟਾਂ ਆਈਆਂ, ਚਲੀਆਂ ਗਈਆਂ, ਬਹੁਤ ਕੁਝ ਸਿਖਾ ਗਈਆਂ, ਬਹੁਤ ਕੁਛ ਦਾ ਨਿਸਤਾਰਾ ਕਰਾ ਗਈਆਂ। ਅਖਵਾਈ ਪਤਾ ਲੱਗਿਆ ਕੀ ਅਸਲੀਅਤ ਸੀ ਤੇ ਕਿਸ ਚੀਜ਼ ਦੀ ਘਾਟ ਸੀ। ਆਖੋ ਵਾਹਿਗੁਰੂ। ਉਹ ਮਾਰਗ ਤੇ ਤੁਰੇ ਰਹਿੰਦੇ ਨੇ, ਨਾਮ ਜਪਤ ਮਨ ਭਏ ਆਨੰਦ। ਉਹਨਾਂ ਨੂੰ ਗਿਆਨ ਰੂਪੀ ਨਾਮ ਜ਼ਿੰਦਗੀ 'ਚ ਜਿਉਣਾ ਆ ਜਾਂਦਾ ਹੈ। ਇਹ ਗਿਆਨ ਰੂਪੀ ਨਾਮ ਦਾ ਜਪਣਾ ਹੈ। ਉਹਨਾਂ ਨੂੰ ਧਿਆਨ ਰੂਪੀ ਨਾਮ ਹਰ ਵੇਲੇ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦਾ ਸਿਮਰਨ ਰਸ, ਵਾਹਿਗੁਰੂ ਜੀ ਦੀ ਭੈ ਭਾਵਨੀ ਸ਼ੁਕਰਾਨੇ ਵਿੱਚ ਜਿਉਣਾ ਆ ਜਾਂਦਾ ਹੈ। ਇੱਦਾਂ ਨਾਮ ਜਪ ਕੇ ਉਹਨਾਂ ਦੇ ਮਨ ਵਿੱਚ ਆਨੰਦ ਬਣਿਆ ਹੁੰਦਾ ਹੈ। ਰਸ ਗਾਏ ਗੁਣ ਪਰਮਾਨੰਦ। ਉਹ ਗੁਣਾਂ ਨੂੰ ਗਾਉਂਦੇ ਨੇ, ਰਸ ਮਾਣਦੇ ਨੇ। ਤਿੰਨੋਂ ਚੀਜ਼ਾਂ ਧਿਆਨ 'ਚ ਕਰਕੇ ਦੇਖੋ। ਗੁਣਾਂ ਵਾਲਾ ਜੀਵਨ ਜਿਉਂਦੇ ਨੇ, ਇਸ ਦਾ ਰਸ ਮਾਣਦੇ ਨੇ, ਗੁਣ ਵਾਹਿਗੁਰੂ ਨੇ ਦਿੱਤੇ ਨੇ। ਉਹ ਗੁਣਾਂ ਨਾਲ ਪਰਉਪਕਾਰ ਕਰਦੇ ਨੇ, ਸ਼ੁਕਰ ਕਰਦੇ ਨੇ, ਵਾਹਿਗੁਰੂ ਜੀ ਤੁਸੀਂ ਪਰਉਪਕਾਰ ਦੀ ਸੇਵਾ ਲੈ ਰਹੇ ਹੋ, ਕਿਉਂਕਿ ਬਖਸ਼ਿਸ਼ ਤੋਂ ਬਿਨਾਂ ਨਿਭਦੀ ਨਹੀਂ। ਸ਼ੁਕਰ ਵਾਹਿਗੁਰੂ ਜੀ। ਫਿਰ ਗੁਣਾਂ ਦੀਆਂ ਵਿਚਾਰਾਂ ਕਰਦੇ ਨੇ, ਰਸ ਮਾਣਦੇ ਨੇ। ਵਿਚਾਰਾਂ ਕਰਕੇ ਆਪ ਵੀ ਸਿੱਖਦੇ ਨੇ, ਹੋਰਨਾਂ ਨੂੰ ਵੀ ਵੰਡਦੇ ਨੇ। ਸਿੱਖਦਿਆਂ ਵੀ ਰਸ ਮਾਣਦੇ ਨੇ, ਵੰਡਦਿਆਂ ਵੀ ਰਸ ਮਾਣਦੇ ਨੇ। ਆਖੋ ਵਾਹਿਗੁਰੂ। ਇਹ ਪਰਮ ਆਨੰਦ ਹੈ। ਰਸ ਗਾਏ ਗੁਣ ਪਰਮ ਆਨੰਦ। ਹੇਮ ਭਇਆ ਕੁਸ਼ਲ ਘਰੇ ਆਏ। ਉਹਨਾਂ ਦੇ ਅੰਦਰ ਸ਼ਾਂਤੀ, ਸੰਤੁਸ਼ਟੀ, ਖੇਮ ਖੁਸ਼ੀ, ਖੇਮ ਸੰਤੁਸ਼ਟੀ, ਕੁਸ਼ਲ ਖੁਸ਼ੀ, ਆਨੰਦ। ਉਹਨਾਂ ਨੂੰ ਸੰਤੁਸ਼ਟੀ ਤੇ ਆਨੰਦ ਦੇ ਘਰ ਵਿੱਚ ਰਹਿਣਾ ਆ ਗਿਆ, ਰੱਬ ਦੀ ਯਾਦ ਵਿੱਚ ਰਹਿਣਾ ਆ ਗਿਆ, ਵਾਹਿਗੁਰੂ ਜੀ ਨੂੰ ਸਮਰਪਿਤ ਹੋ ਕੇ ਆਪਾ ਵਾਰ ਕੇ ਜੀਵਨ ਜਿਉਣਾ ਆ ਗਿਆ। ਇਤੋਂ ਪ੍ਰਾਪਤ ਹੋਇਆ ਭੇਟਤ ਸਾਧ ਸੰਗ ਗਈ ਬਲਾਏ ਰਹਾਓ। ਗੁਰੂ ਦਾ ਸੰਗ ਹੋਇਆ, ਗੁਰੂ ਦੇ ਉਪਦੇਸ਼ ਦਾ। ਗੁਰੂ ਦੇ ਉਪਦੇਸ਼ ਨੂੰ ਜ਼ਿੰਦਗੀ ਜਿਉਇਆ, ਉਹ ਬਲਾ ਟਲ ਗਈ। ਜਿਹੜੀ ਬਲਾ ਜ਼ਿੰਦਗੀ ਦੀ ਉਲਝਣ ਤਾਣੀ ਬਣਦੀ ਹੈ, ਜਿਹੜੀ ਐਸੀ ਉਲਝਾ ਲੈਂਦੀ ਹੈ, ਇਸ ਪਾਸੇ ਤੁਰ ਨਹੀਂ ਦਿੰਦੀ, ਉਹ ਬਲਾ ਹੈ, ਚੁੜੇਲ ਹੈ। ਉਹ ਐਸੀ ਇੱਕ ਉਲਝਣ ਤਾਣੀ ਹੈ ਮਨੁੱਖ ਦੇ ਵਿਚਾਰਾਂ ਵਿੱਚ, ਸੋਚਾਂ ਵਿੱਚ, ਉਹ ਤਾਣਾ ਬਾਣਾ ਬੁਣ ਦਿੰਦੀ ਹੈ। ਆਖੋ ਵਾਹਿਗੁਰੂ। ਪਰ ਜਿਨ੍ਹਾਂ ਨੂੰ ਗੁਰੂ ਦੇ ਉਪਦੇਸ਼ ਅਨੁਸਾਰ ਜਿਉਣਾ ਆ ਗਿਆ, ਉਹਨਾਂ ਦੀ ਬਲਾ ਜ਼ਿੰਦਗੀ 'ਚੋਂ ਟਲ ਗਈ। ਆਖੋ ਵਾਹਿਗੁਰੂ। ਨੇਤਰ ਪੁਨੀਤ ਪੇਖਤ ਹੀ ਦਰਸ। ਉਹ ਆਪਣੇ ਨੇਤਰਾਂ ਨਾਲ, ਅੱਖਾਂ ਨਾਲ ਵਾਹਿਗੁਰੂ ਜੀ ਦੇ ਦਰਸ਼ਨ ਕਰਦੇ ਨੇ। ਕਿਵੇਂ? ਹਰ ਵਰਤਾਰੇ ਵਿੱਚ ਰੱਬ ਸੱਚਾ ਗਿਆਨ ਬਣ ਕੇ ਝਲਕਦਾ ਹੈ। ਉਹ ਹਾਜ਼ਰ ਨਾਜ਼ਰ ਮਹਿਸੂਸ ਕਰਦੇ ਨੇ ਵਾਹਿਗੁਰੂ ਜੀ ਨੂੰ। ਹਰ ਥਾਂ ਤੇ ਰੱਬ ਗੁਣ ਬਣ ਕੇ ਵਰਤਾ ਰਿਹਾ। ਉਹ ਗੁਣਾਂ ਨੂੰ ਦੇਖਦੇ ਨੇ, ਗੁਣਾਂ ਨੂੰ ਫੋਕਸ ਕਰਦੇ ਨੇ। ਤਨ ਮਸਤਕ ਚਰਨ ਕਮਲ ਹੀ ਪਰਸ। ਤਨ ਹੈ ਉਹਨਾਂ ਦੀ ਸੋਚ, ਮਸਤਕ ਇੱਥੇ ਇਸ਼ਾਰਾ ਸੋਚ। ਜਿਹੜੀ ਸੋਚ ਚਰਨ ਕਮਲ ਨੂੰ ਪਰਸ ਗਈ, ਭਾਵ ਗੁਰੂ ਦੇ ਉਪਦੇਸ਼ ਨੂੰ ਜ਼ਿੰਦਗੀ 'ਚ ਮੰਨ ਕੇ ਗੁਰੂ ਦੇ ਨਜ਼ਰੀਏ ਵਰਗਾ ਨਜ਼ਰੀਆ ਬਣ ਗਿਆ। ਗੁਰੂ ਦੀ ਸੋਚ ਅਨੁਸਾਰ ਸੋਚਣ ਦਾ ਤਰੀਕਾ ਆ ਗਿਆ। ਧਨ ਹੈ ਉਹ ਸੋਚ, ਧਨ ਹੈ ਮਸਤਕ। ਗੋਬਿੰਦ ਕੀ ਟਹਿਲ ਸਫਲ ਇਹ ਕਾਇਆ। ਜੀਵਨ ਗੁਰਮਤਿ ਵਾਲਾ ਜਿਉਣਾ, ਫਿਰ ਉਹਦੇ ਲਈ ਪਰਉਪਕਾਰੀ ਹੋਣਾ, ਇਹ ਗੋਬਿੰਦ ਦੀ ਟਹਿਲ ਹੈ। ਮਨੁੱਖਤਾ ਦੀ ਸੇਵਾ, ਪਰਉਪਕਾਰ, ਕੌਮ ਦੀ ਸੇਵਾ, ਸਮਾਜ ਦੀ ਸੇਵਾ, ਸਫਲ ਇਹ ਕਾਇਆ। ਇਹਦੇ ਨਾਲ ਜੀਵਨ ਸਫਲ ਹੁੰਦਾ ਹੈ। ਆਖੋ ਵਾਹਿਗੁਰੂ। ਇਹ ਸੇਵਾ ਉਹਨਾਂ ਨੂੰ ਸਮਝ ਆ ਗਈ, ਲਗਨ ਲੱਗ ਗਈ, ਜਜ਼ਬਾ ਜਾਗ ਪਿਆ, ਸਿਦਕ ਬਣ ਗਿਆ। ਜਜ਼ਬੇ, ਸਿਦਕ ਤੇ ਲਗਨ ਤੋਂ ਬਿਨਾਂ ਨਹੀਂ ਤੁਰਿਆ ਜਾਏਗਾ ਇਸ ਮਾਰਗ ਤੇ। ਉਹ ਮਿਲਦਾ ਕਿੱਥੋਂ? ਸੰਤ ਪ੍ਰਸਾਦ ਪਰਮ ਪਦ ਪਾਇਆ। ਗੁਰੂ ਦੀ ਕਿਰਪਾ ਹੋਈ, ਗੁਰੂ ਨੇ ਬਖਸ਼ਿਸ਼ ਦਿੱਤੀ, ਤਾਂ ਇਹ ਅਵਸਥਾ ਮਿਲੀ। ਇਹ ਅਵਸਥਾ ਆਮ ਜੀਵਨ ਨਾਲੋਂ ਉੱਚੀ ਹੈ। ਆਖੋ ਵਾਹਿਗੁਰੂ। ਬਖਸ਼ਿਸ਼ ਤੋਂ ਬਿਨਾਂ ਨਹੀਂ ਹੋ ਸਕਦਾ। ਪਰਿਵਾਰ ਹਰ ਇੱਕ ਨੇ ਚਲਾਉਣੇ ਨੇ, ਪਰਉਪਕਾਰੀ ਨੇ ਵੀ ਤੇ ਲੋਭੀ ਨੇ ਵੀ। ਬੱਚੇ ਹਰ ਇੱਕ ਨੇ ਪਾਲਣੇ ਨੇ, ਪਰਉਪਕਾਰੀ ਨੇ ਵੀ ਤੇ ਲੋਭੀ ਨੇ ਵੀ। ਸਵਾਰਥੀ ਮਨੁੱਖ ਨੂੰ ਪਰਿਵਾਰ ਨੂੰ ਪਾਲਣਾ, ਬੱਚਿਆਂ ਨੂੰ ਪਾਲਣਾ ਉਲਝਣ ਤਾਣੀ ਉਲਝਾ ਲੈਂਦੀ ਹੈ। ਨਹੀਂ ਤੁਰ ਸਕਦਾ ਉਹ ਰੱਬ ਦੀ, ਗੋਬਿੰਦ ਦੀ ਟਹਿਲ ਦੇ ਮਾਰਗ ਤੇ, ਪਰਉਪਕਾਰ ਦੇ ਮਾਰਗ ਤੇ ਨਹੀਂ ਤੁਰ ਸਕਦਾ, ਉਲਝ ਜਾਂਦਾ ਹੈ। ਪਰ ਜਿਹੜੇ ਤੁਰਦੇ ਨੇ, ਉਹ ਬੱਚੇ ਵੀ ਪਾਲਦੇ ਨੇ, ਪਰਿਵਾਰ ਵੀ ਚਲਾਉਂਦੇ ਨੇ, ਉਪਕਾਰ ਵੀ ਕਰਦੇ ਨੇ।
ਇਹ ਬਖਸ਼ਿਸ਼ ਤੋਂ ਬਿਨਾਂ ਨਹੀਂ ਹੋ ਸਕਦਾ। ਬਖਸ਼ਿਸ਼ ਦੇ ਨਾਲ ਇਹ ਪਦ ਅਵਸਥਾ ਮਿਲਦੀ ਹੈ। ਜਨ ਕੀ ਕੀਨੀ ਆਪ ਸਹਾਏ, ਉਹ ਸੇਵਕ ਬਣ ਜਾਂਦੇ ਨੇ, ਆਪਾ ਸਮਰਪਿਤ ਕਰਦੇ ਨੇ ਗੁਰੂ ਪਾਤਸ਼ਾਹ ਨੂੰ, ਵਾਹਿਗੁਰੂ ਜੀ ਨੂੰ। ਵਾਹਿਗੁਰੂ ਜੀ ਫਿਰ ਉਹਨਾਂ ਦੇ ਮਦਦਗਾਰ ਬਣਦੇ ਨੇ, ਸਹਾਏ। ਸੁਖ ਪਾਇਆ ਲੱਗਦਾ ਸਹ ਪਾਏ। ਫਿਰ ਉਹ ਦਾਸ ਜਿਹੜੇ ਗੁਰੂ ਦੇ ਪਿਆਰੇ ਨੇ ਨਾ, ਜਿਹੜੇ ਗੁਰੂ ਦੇ ਮਾਰਗ ਤੇ ਤੁਰਦੇ ਨੇ, ਉਹਨਾਂ ਦੇ ਗੁਣਾਂ ਤੋਂ, ਉਹਨਾਂ ਦੀ ਲਗਨ ਤੋਂ, ਉਹਨਾਂ ਦੀ ਪ੍ਰੀਤ ਤੋਂ ਪ੍ਰਭਾਵਿਤ ਹੁੰਦੇ ਨੇ। ਉਹਦੇ 'ਚੋਂ ਆਤਮਿਕ ਸੁੱਖ ਮਿਲਦਾ ਹੈ। ਆਪ ਗਿਆ ਤਾਂ ਆਪਹਿ ਭਏ। ਉਹ ਆਪਣੇ ਸੁਭਾਅ ਦਾ ਉਹ ਹਿੱਸਾ ਜਿਹੜਾ ਗੁਰੂ ਦੇ ਉਪਦੇਸ਼ ਨਾਲ ਮੇਲ ਨਹੀਂ ਖਾਂਦਾ, ਉਹਨੂੰ ਕੱਢ ਦਿੰਦੇ ਨੇ। ਆਪ ਗਿਆ, ਜਿਹੜੀ ਸੋਚ ਦਾ ਹਿੱਸਾ ਗੁਰੂ ਦੇ ਉਪਦੇਸ਼ ਨਾਲ ਮੇਲ ਨਹੀਂ ਖਾਂਦਾ, ਉਹਨੂੰ ਕੱਢ ਦਿੰਦੇ ਨੇ। ਕਿਉਂਕਿ ਜਿਹੜੀ ਸੋਚ ਗੁਰੂ ਦੇ ਉਪਦੇਸ਼ ਦੇ ਉਲਟ ਹੈ, ਉਹ ਸਾਡੀ ਆਪਣੀ ਸੋਚ ਹੈ। ਜਿਹੜਾ ਸੁਭਾਅ ਗੁਰੂ ਦੇ ਉਪਦੇਸ਼ ਦੇ ਉਲਟ ਹੈ, ਸਾਡਾ ਆਪਣਾ ਹੈ, ਉਹ ਸਾਡਾ ਆਪਣਾ ਆਪਾ ਹੈ। ਉਸ ਆਪੇ ਨੂੰ ਮੇਟਣਾ ਹੈ, ਔਰ ਗੁਰੂ ਨੂੰ ਆਪਾ ਵਾਰ ਕੇ ਜਿਹੜੇ ਤੁਰਦੇ ਨੇ, ਉਹ ਰੱਬ ਦੀ ਬਖਸ਼ਿਸ਼ ਦੇ ਵਿੱਚ ਸਮਾ ਜਾਂਦੇ ਨੇ। ਆਖੋ ਕਿਰਪਾ ਨਿਧਾਨ ਕੀ ਸ਼ਰਣੀ ਪਏ, ਕਿਉਂਕਿ ਕਿਰਪਾ ਦੇ ਖਜ਼ਾਨੇ ਵਾਹਿਗੁਰੂ ਜੀ ਦੀ ਸ਼ਰਨ ਪੈਂਦੇ ਨੇ, ਉਹਨੂੰ ਸਮਰਪਿਤ ਹੁੰਦੇ ਨੇ। ਜੋ ਚਾਹਤ ਸੋਈ ਜਬ ਪਾਇਆ, ਜਿਨ੍ਹਾਂ ਦੇ ਅੰਦਰ ਇਸ ਮਾਰਗ ਤੇ ਤੁਰਨ ਦੀ ਇੱਛਾ, ਤੀਵਰ ਇੱਛਾ ਬਣ ਜਾਂਦੀ ਹੈ, ਅੰਦਰ ਇੱਕ ਤੜਫ ਬਣ ਜਾਂਦੀ ਹੈ, ਜਿਨ੍ਹਾਂ ਦੇ ਅੰਦਰ ਇੱਕ ਗਹਿਰੀ ਲਗਨ ਹੁੰਦੀ ਹੈ, ਜਿਨ੍ਹਾਂ ਨੂੰ ਲੱਗਦਾ ਹੈ ਕਿ ਜੇ ਮੈਂ ਇਸ ਮਿਸ਼ਨ ਤੇ ਨਾ ਤੁਰ ਸਕਿਆ ਤੇ ਮੈਂ ਖਤਮ ਹਾਂ, ਮੇਰੇ ਪੱਲੇ ਕੀ ਹੈ ਜੇ ਗੁਰੂ ਦੇ ਮਾਰਗ ਤੇ ਕੁਝ ਕੀਤਾ ਨਾ। ਜਿਸ ਗੁਰੂ ਨੇ ਸਾਡੇ ਲਈ ਇੰਨਾ ਕੁਝ ਕੀਤਾ, ਅਸੀਂ ਗੁਰੂ ਦੀ ਕੌਮ ਲਈ ਨਾ ਕੀਤਾ, ਤੇ ਸਾਡੇ ਪੱਲੇ ਕੀ ਹੈ। ਜਿਨ੍ਹਾਂ ਦੇ ਅੰਦਰ ਤੜਫ ਹੈ, ਲਗਨ ਹੈ, ਜੋ ਚਾਹਤ ਸੋਈ ਜਪ ਪਾਇਆ, ਇਹਦੀ ਪ੍ਰਾਪਤੀ ਹੁੰਦੀ ਹੈ, ਚਾਹਤ ਤੋਂ ਬਿਨਾਂ ਨਹੀਂ। ਜਿਹਦੀ ਚਾਹਤ ਦੁਨਿਆਵੀ ਪ੍ਰਾਪਤੀਆਂ ਦੀ ਹੈ, ਉਲਝੇ ਰਹਿੰਦੇ ਨੇ। ਤਬ ਢੂੰਡਣ ਕਹਾਂ ਕੋ ਜਾਇਆ, ਜਦੋਂ ਚਾਹਤ ਬਣਦੀ ਨਾ, ਫਿਰ ਕਿੱਥੋਂ ਢੂੰਡਣਾ ਹੈ, ਉਹ ਤਾਂ ਅੰਦਰ ਹੀ ਬੈਠਾ ਆਖਵਾਈ। ਤਾਂ ਹਰ ਥਾਂ ਤੇ ਹੈ, ਅਸਥਿਰ ਭਏ ਬਸੇ ਸੁਖਾਸਨ, ਫਿਰ ਉਹ ਅਡੋਲ ਹੋ ਜਾਂਦੇ ਨੇ। ਇਸ ਵਿਸ਼ਵਾਸ ਵਿੱਚ ਵਾਹਿਗੁਰੂ ਜੀ ਹਰ ਥਾਂ ਤੇ ਨੇ, ਸੱਚਾ ਗਿਆਨ ਬਣ ਕੇ, ਗੁਣ ਬਣ ਕੇ, ਨਿਜ਼ਮ ਬਣ ਕੇ, ਜੋਤ ਸ਼ਕਤੀ ਬਣ ਕੇ, ਉਹ ਅਡੋਲਤਾ ਵਿੱਚ, ਸਿਦਕ ਵਿੱਚ, ਲਗਨ ਵਿੱਚ ਤੁਰਦੇ ਨੇ। ਇਹ ਸੁਖ ਦਾ ਆਸਣ, ਆਤਮਿਕ ਸੁਖ ਪ੍ਰਾਪਤ ਕਰਨ ਦਾ ਤਰੀਕਾ, ਅਵਸਥਾ ਹੈ। ਗੁਰ ਪ੍ਰਸਾਦ ਨਾਨਕ ਸੁਖ ਵਾਸਨ, ਫਿਰ ਗੁਰ ਸਰੂਪ ਦੀ ਕਿਰਪਾ ਹੁੰਦੀ ਹੈ, ਗੁਰੂ ਦੇ ਉਪਦੇਸ਼ਾਂ ਦੀ, ਗੁਰੂ ਦੀਆਂ ਸਿੱਖਿਆਵਾਂ ਦੀ। ਨਾਨਕ ਜੀ ਉਹ ਆਤਮਿਕ ਸੁਖ ਵਿੱਚ ਵਸਦੇ ਨੇ, ਆਤਮਿਕ ਆਨੰਦ ਪ੍ਰਾਪਤ ਕਰਦੇ ਨੇ। ਸਤਿਗੁਰੂ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਵੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।